सिर साहांद साहो, जिस पास बैठिया सोहिया, सबना दा वेसाहो। बाणी गुरु गुरु है बाणी, विच बाणी अमृत सारे। गुर बाणी कह सेवक जन मानै, परतख गुरु निस्तारे। गुर बाणी कह सेवक जन मानै, परतख गुरु निस्तारे। सतनाम वाहिगुरु साहिब जीओ। फेर विसाया फेर आन, सतगुर खडूरा। जप तप संजम नाल, तुद होर मचगर गुरूरा। फेर वसाया फेर आन, सतगुर खडूरा। जप तप संजम नाल, तुद होर मचगरूरा। वाहिगुरु जी का खालसा, वाहिगुरु जी की फतेह। सतगुरु दे साजी नवाजी होई, गुरु की साध संगत जीओ। सतगुरु दी अपार किरपा बख्शिश दा सदका, सतगुरु दे दरबार दियां हाजरियां भरदियां होइयां, रब्बी बाणी तुर की बाणी दा कीर्तन, गुरमुख प्यारियां दी रसना द्वारा सरवण करके अपने जीवन को सफल बना रहे सन। कबीर एक कहरी आदि कहरी, आदि होंते आद है। भगतन सेती गोष्ठे जो कीने सो लाभ है। घड़ी की भी संगत मिल जावे, अद्धी घड़ी मिल जावे, अद्धियों अद्धी घड़ी भी समा प्राप्त हो जावे, बहुत वड्डा लाभ है गुरु की संगत करना दा है। संगत को गुण बहुत अधिकाई, पढ़ सूआ गण की उधारे। भागा वाले गुर सिख हाँ गुरु के दर्शन करते हैं, ते सतगुरु की गुरबाणी का कीर्तन सुन के निहाल होंदे हैं। सो भाई गुरदास साहब दियां वारां दा जिक्र, धन गुरु अंगद साहब सच्चे पातशाह जिन्हां दा अज इस पौड़ी के अंदर भाई सत्ता बलवंड है। सतगुरु जी की महिमा वडियाई रोज़ आपां सुणदे हां। अज दी पौड़ी च गुरु अंगद साहब की वडियाई है, जिन्हां सतगुरां ने श्री करतारपुर साहब छड्डिया, खडूर साहब की धरती ते जोतां जगमगाईयां। ਜਿਹੜੀਆਂ जोतां श्री करतारपुर रावी किनारे जगदियां सी। बच्चों इन्नी छोटे रजारा पठा बचाइए किते बह जा टेके छोटे। सो ਜਿਹੜੀਆਂ जोतां रावी के किनारे जगदियां सी ना, वो गुरु अंगद साहब जी ने खडूर साहब जगाइयां। ਜਿਹੜੀਆਂ जोतां खडूर साहब जगदियां सी, सतगुरु अमरदास ने श्री गोइंदवाल जगाइयां। ਜਿਹੜੀਆਂ जोतां श्री गोइंदवाल साहब जगियां, सतगुरु रामदास ने श्री अमृतसर साहब जगाइयां। हुणे आपां शब्द कीर्तन सुन रहे सां। सो टिक्का सो छतर सिर,
सोई सच्चा तख्त टिकाए। गुर नानक हंदी मोहर हाथ, गुर अंगद दी दोही फेराए। दिता छोड़ करतारपुर, बैठ खड़ूरे जोत जगाए। जम्मे पूर्व बीजिया विच होर कूड़ी चतुराए। लहणे पाई नानको, देनी अमरदास घर आए। गुर बैठा अमर स्वरूप होए, गुरमुख पाई दात इलाहे। फेर वसाया गोइंदवाल, अचरज खेल न लखिया जाई। दात जोत खसमै वडियाई। ਅੰਮ੍ਰਿਤਸਰ ਸਾਹਿਬ ਜੋਤਾਂ ਜਗਾਈਆਂ ਗੁਰੂ ਰਾਮਦਾਸ ਨੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਦਿਚੈ ਪੂਰਬ ਦੇਵਣਾ, ਜਿਸ ਦੀ ਵਸਤ ਤਿਸੈ ਘਰ ਆਵੈ। ਬੈਠਾ ਸੋਢੀ ਪਾਤਸ਼ਾਹੋ, ਰਾਮਦਾਸ ਸਤਿਗੁਰੂ ਕਹਾਵੈ। ਪੂਰਨ ਤਾਲ ਖਟਾਇਆ, ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਦਿੱਤਾ ਲਈਐ ਆਪਣਾ, ਅਣ ਦਿੱਤਾ ਕਛ ਹੱਥ ਨਾ ਆਵੈ। ਫਿਰ ਆਈ ਘਰ ਅਰਜੁਨ, ਪੁੱਤ ਸੰਸਾਰੀ ਗੁਰੂ ਕਹਾਵੈ। ਜਾਣ ਨ ਦੇਸਾਂ ਸੋਢਿਓ, ਹੋਰਸ ਅਜਰ ਨ ਜਰਿਆ ਜਾਵੈ। ਘਰ ਹੀ ਕੀ ਵੱਥ, ਘਰੇ ਰਹਾਵੈ। ਇਹ ਸਮੇਂ ਸਮੇਂ ਮੁਤਾਬਕ ਹਜ਼ੂਰ ਨੇ ਜਿੱਥੇ ਜਿੱਥੇ ਸੰਗਤਾਂ ਨੂੰ ਜੀਵਾਂ ਨੂੰ ਤਾਰਨਾ, ਉੱਥੇ ਬੈਠ ਕੇ ਨਿਹਾਲ ਕੀਤਾ ਹੈ। ਸੋ ਖਾਲਸਾ ਜੀ, ਭਾਈ ਸੱਤਾ ਭਾਈ ਬਲਵੰਡ ਸਤਿਗੁਰੂ ਅਰਜਨ ਸਾਹਿਬ ਜੀ ਦੇ ਪਾਸ ਬੈਠ ਕੇ ਗੁਰੂ ਦੀ ਉਸਤਤ ਵਡਿਆਏ। ਚਾਰ ਪੌੜੀਆਂ 'ਚ ਮਿਲਵੀਂ ਰਲਵੀਂ ਮਿਲਵੀਂ ਮਹਿਮਾ ਗੁਰੂ ਅੰਗਦ ਸਾਹਿਬ ਦੀ, ਗੁਰੂ ਨਾਨਕ ਸਾਹਿਬ ਜੀ ਦੇ। ਅੱਜ ਪੰਜਵੀਂ ਪੌੜੀ ਵਿੱਚ ਧੰਨ ਗੁਰੂ ਅੰਗਦ ਸਾਹਿਬ ਦੀ ਵਡਿਆਈ ਮਹਿਮਾ ਕਥਨ ਕਰਦੇ ਹਨ। ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਹੈ। ਮਾਲਵੇ ਨੂੰ ਤਾਰਦੇ ਤਾਰਦੇ ਚੋਜੀ ਪ੍ਰੀਤਮ, ਮੱਤੇ ਦੀ ਸਰਾਏ ਨਗਰ, ਜਿਹਨੂੰ ਅੱਜ ਕੱਲ੍ਹ ਸਰਾਏ ਨਾਗਾ ਕਿਹਾ ਜਾਂਦਾ ਹੈ। ਕੋਟ ਕਪੂਰੇ ਤੋਂ ਮੁਕਤਸਰ ਸਾਹਿਬ ਨੂੰ ਜਿਹੜਾ ਰੋਡ ਜਾਂਦਾ ਹੈ, ਉਹਦੇ ਕਰੀਬਨ ਵਿਚਾਲੇ ਖੱਬੇ ਹੱਥ ਜਾਂਦੇ ਆ ਇਹ ਪਵਿੱਤਰ ਅਸਥਾਨ ਨਗਰ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉੱਥੇ ਚਰਨ ਪਾਏ। ਜਦੋਂ ਨਗਰ 'ਚ ਵੜੀਏ ਨਾ, ਸ੍ਰੀ ਮੁਕਤਸਰ ਸਾਹਿਬ ਵਾਲੇ ਬੰਨੇ ਹੀ ਨਗਰ ਤੋਂ ਲਹਿੰਦੇ ਵਾਲੇ ਪਾਸੇ, ਸੋ ਸਤਿਗੁਰੂ ਜੀ ਦੀ ਪਵਿੱਤਰ ਯਾਦ 'ਚ ਸੁੰਦਰ ਦਰਬਾਰ ਬਣਿਆ ਹੋਇਆ ਹੈ। ਕਈਆਂ ਗੁਰਸਿੱਖਾਂ ਨੇ ਸ਼ਾਇਦ ਦਰਸ਼ਨ ਕੀਤੇ। ਹੁਣ ਗੁਰਦੁਆਰਾ ਚਰਨ ਕਮਲ ਸਾਹਿਬ ਹੈ। ਸਤਿਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਾਉਣ ਦੀ ਯਾਦਗਾਰ ਵਜੋਂ ਹੈ। ਇਸ ਥਾਂ ਤੇ ਸਤਿਗੁਰੂ ਅੰਗਦ ਸਾਹਿਬ ਦੇ ਮਾਤਾ ਪਿਤਾ ਬਾਬਾ ਫੇਰੂਮੱਲ ਜੀ, ਮਾਤਾ ਸੁਬਰਾਹੀ ਜੀ, ਸਤਿਗੁਰੂ ਗਰੀਬ ਨਵਾਜ ਦੇ ਕੋਲ ਆਏ, ਬੇਨਤੀ ਕੀਤੀ, ਮੱਥਾ ਟੇਕਿਆ, ਸੱਚੇ ਪਾਤਸ਼ਾਹ ਸਾਡੇ ਘਰ 'ਚ ਕੋਈ ਪੁੱਤਰ ਸੰਤਾਨ ਨਹੀਂ ਤੇ ਕਿਰਪਾ ਕਰੋ। ਅੰਤਰਜਾਮੀ ਸਤਿਗੁਰੂ ਗਰੀਬ ਨਵਾਜ ਬਚਨ ਕਿਹਾ ਸੀ, ਸਾਡਾ ਸਰੂਪ ਦੂਸਰਾ, ਤੁਹਾਡੇ ਘਰ ਸਾਹਿਬਜ਼ਾਦੇ ਹੋ ਕੇ ਪ੍ਰਗਟ ਹੋਣਗੇ। ਸਮਾਂ ਆਪਣੀ ਚਾਲੇ ਚੱਲਦਾ ਗਿਆ। 1561 ਵਿਸਾਖ ਸੁਦੀ ਏਕਮ ਵਾਲੇ ਦਿਨ ਬਾਬਾ ਫੇਰੂਮੱਲ ਜੀ ਦੇ ਗ੍ਰਹਿ ਵਿਖੇ ਮੱਤੇ ਦੀ ਸਰਾਂ ਨਗਰ 'ਚ ਹਜ਼ੂਰ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ। ਗੁਰੂ ਅੰਗਦ ਸਾਹਿਬ ਜੀ ਦਾ ਨਾਮ ਰੱਖਿਆ ਭਾਈ ਲਹਿਣਾ। ਬਚਪਨ ਬੀਤਿਆ, ਜਵਾਨੀ ਦੇ ਦਿਨ ਚੜ੍ਹ ਰਹੇ ਸਾਰੇ। 15 ਕੁ ਸਾਲ ਦੀ ਹਜ਼ੂਰ ਦੀ ਉਮਰ ਸੀ ਸਤਿਗੁਰੂ ਅੰਗਦ ਸਾਹਿਬ ਜੀ ਦੇ। 1576 ਬਿਕਰਮੀ ਦੇ ਅੰਦਰ ਸਤਿਗੁਰੂ ਜੀ ਦੀ ਸ਼ਾਦੀ ਖਡੂਰ ਨਗਰ ਦੇ ਰਹਿਣ ਵਾਲੇ ਭਾਈ ਦੇਵੀ ਚੰਦ ਖੱਤਰੇ, ਉਹਨਾਂ ਦੀ ਸਪੁੱਤਰੀ ਬੀਬੀ ਖੀਵੀ ਜੀ ਨਾਲ ਹੋਏ। ਸਤਿਗੁਰੂ ਜੀ ਪਰਿਵਾਰ ਸਮੇਤ ਮੱਤੇ ਦੀ ਸਰਾਂ ਰਹਿ ਰਹੇ ਸਨ।
20 ਸਾਲ ਦਾ ਉਮਰ ਦਾ ਸਮਾਂ ਹੋਇਆ, ਜਵਾਨੀ ਦੀ ਉਮਰ ਹੋਈ। ਪਿਤਾ ਜੀ ਦਾ, ਬਾਬਾ ਫੇਰੂਮੱਲ ਜੀ ਦਾ ਦੇਹਾਂਤ ਹੋ ਗਿਆ। ਅਜੇ ਕੁਝ ਸਮਾਂ ਹੋਇਆ ਸੀ ਪਿਤਾ ਜੀ ਦੇ ਦੇਹਾਂਤ ਹੋਏ ਨੂੰ। ਬੜੋਚਿਆਂ ਦੀਆਂ ਧਾਰਾਂ ਪਿਆ ਕਰਦੀਆਂ ਸੀ ਤੇ ਪਿੰਡਾਂ ਦੇ ਪਿੰਡ ਉਜਾੜ ਦਿਆ ਕਰਦੀਆਂ। ਮੱਤੇ ਦੀ ਸਰਾਂ ਵਿੱਚ ਵੀ ਬਲੋਚਿਆਂ ਦੀ ਧਾੜ ਪਈ। ਬੜੇ ਲੋਕਾਂ ਦੇ ਘਰ ਉਜਾੜੇ ਤੇ ਨਗਰ ਛੱਡ ਕੇ ਕਿਤੇ ਜਾ ਵਸਿਆ, ਕੋ ਕਿਤੇ ਜਾ ਵਸਿਆ। ਇਸ ਗੱਲ ਦਾ ਪਤਾ ਦੇਵੀ ਚੰਦ ਖੱਤਰੀ ਨੂੰ, ਖਡੂਰ ਸਾਹਿਬ ਵਾਲੇ ਨੂੰ ਜਦੋਂ ਪਤਾ ਲੱਗਾ ਤੇ ਪਤਾ ਲੈਣ ਵਾਸਤੇ ਧੀ ਜਵਾਈ ਦੇ ਘਰ ਪਹੁੰਚੇ ਮੱਤੇ ਦੀ ਸਰਾਂ। ਜਦੋਂ ਹਾਲਾਤ ਵੇਖ ਕੇ ਪਿਆਰ ਨਾਲ ਕਹਿ ਕੇ ਆਪਣੇ ਕੋਲ ਖਡੂਰ ਨਗਰ ਹੀ ਲੈ ਆਏ ਸਨ। ਇੱਥੇ ਆ ਕੇ ਕੰਮ ਧੰਦਾ ਕਰ ਲਓ, ਕਿਉਂਕਿ ਦੇਵੀ ਚੰਦ ਦੀ ਇੱਕੋ ਇੱਕ ਪੁੱਤਰੀ ਸੀ, ਮਾਤਾ ਖੀਵੀ ਜੀ। ਮਾਤਾ ਖੀਵੀ ਜੀ ਦੀ ਨਾ ਕੋਈ ਹੋਰ ਭੈਣ ਸੀ, ਨਾ ਮਾਤਾ ਖੀਵੀ ਜੀ ਦਾ ਕੋਈ ਭਾਈ ਸੀ। ਇਕਲੌਤੀ ਸੰਤਾਨ ਸੀ ਮਾਤਾ ਪਿਤਾ ਦੇ। ਦੇਵੀ ਚੰਦ ਜੀ ਇੱਥੇ ਹਜੂਰ ਨੂੰ, ਖਡੂਰ ਸਾਹਿਬ ਬਾਬਾ ਲਹਿਣਾ ਜੀ ਨੂੰ ਲੈ ਆਏ। ਸਾਰਾ ਪਿੰਡ ਹੀ ਨਖੈਰਿਆਂ ਦਾ ਦੇਵੀ ਦਾ ਪੂਜਕ ਸੀ। ਜਵਾਲਾ ਪਰਸਨ, ਜਵਾਲਾਮੁਖੀ ਦੇ ਦਰਸ਼ਨ ਕਰਨ ਹਰ ਸਾਲ ਆਗੂ ਬਣ ਕੇ ਇਹ ਲੈ ਕੇ ਜਾਂਦੇ ਸੀ ਦੇਵੀ ਚੰਦ ਹੋਰੇ। ਸੋ ਹਰ ਸਾਲ ਹੀ ਜਾਇਆ ਕਰਦੇ। ਸਮਾਂ ਪਾ ਕੇ ਦੇਵੀ ਚੰਦ ਜੀ ਦਾ ਦੇਹਾਂਤ ਹੋ ਗਿਆ। ਸਾਰੀ ਘਰ ਦੀ ਜ਼ਿੰਮੇਵਾਰੀ ਭਾਈ ਲਹਿਣੇ ਤੇ ਆਣ ਪਏ। ਕੁਝ ਸਮੇਂ ਬਾਅਦ ਪਿੰਡ ਦੇ ਲੋਕਾਂ ਨੇ ਆਖਿਆ ਵੀ ਤੁਸੀਂ ਆਪਣੇ ਸਹੁਰਾ ਸਾਹਿਬ ਦੀ ਥਾਂ ਤੇ ਆਓ। ਉਹ ਹਰ ਸਾਲ ਜਵਾਲਾ ਪਰਸਣ ਵਾਸਤੇ ਸਾਨੂੰ ਜਵਾਲਾਮੁਖੀ ਦੇ ਦਰਸ਼ਨ ਕਰਨ ਵਾਸਤੇ ਲੈ ਕੇ ਜਾਂਦੇ ਸੀ, ਤੁਸੀਂ ਵੀ ਸਾਨੂੰ ਲੈ ਕੇ ਜਾਇਆ ਕਰੋ। ਕਹਿਣਗੇ ਠੀਕ ਹੈ ਭਾਈ। ਉਹਨਾਂ ਦਿਨਾਂ 'ਚ ਇੱਕੋ ਹੀ ਸਿੱਖ ਭਾਈ ਜੋਧ ਨਗਰ ਵਿੱਚ ਵਸਦਾ ਸੀ। ਉਹ ਅੰਮ੍ਰਿਤ ਵੇਲੇ ਉੱਠਿਆ ਕਰਦਾ ਤੇ ਗੁਰੂ ਕੀ ਬਾਣੀ, ਗੁਰੂ ਨਾਨਕ ਸਾਹਿਬ ਜੀ ਦੀ, ਸ੍ਰੀ ਆਸਾ ਜੀ ਦੀ ਵਾਰ ਦੀਆਂ ਪੌੜੀਆਂ, ਨਾਲੇ ਖੂਹਾਂ ਤੋਂ ਡੋਲ ਪਾਣੀ ਦੇ ਕੱਢ ਕੇ ਇਸ਼ਨਾਨ ਕਰਨਾ ਤੇ ਨਾਲੇ ਉੱਚੀ ਉੱਚੀ ਨਿਤਨੇਮ ਕਰਿਆ ਕਰੇ। ਅੰਮ੍ਰਿਤਮਈ ਬਾਣੀ ਕੰਨਾਂ 'ਚ ਪਈ ਹੈ ਬਾਬੇ ਲਹਿਣੇ ਦੇ। ਇੱਕ ਦਿਨ ਪੁੱਛਿਆ ਸੀ ਭਾਈ ਜੋਧ ਨੂੰ ਹੱਥ ਜੋੜ ਕੇ ਵੀ ਕਿਸ ਦਾ ਕਲਾਮ ਹੈ, ਕਿਸ ਦੀ ਬਾਣੀ ਹੈ। ਦੱਸਿਆ ਸੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਇਹ ਅੰਮ੍ਰਿਤ ਰੂਪ ਬਾਣੀ ਹੈ। ਕਿੱਥੇ ਰਹਿੰਦੇ ਨੇ ਸਤਿਗੁਰੂ ਨਾਨਕ ਸਾਹਿਬ? ਉਹਨਾਂ ਦਿਨਾਂ 'ਚ ਹਜ਼ੂਰ ਨੇ ਰਾਵੀ ਦੇ ਕਿਨਾਰੇ ਕਰਤਾਰਪੁਰ ਨਗਰ ਵਸਾਇਆ ਹੋਇਆ ਸੀ। ਇੱਥੇ ਸਤਿਗੁਰੂ ਖੇਤੀ ਵੀ ਕਰਵਾਇਆ ਕਰਦੇ। ਭਾਈ ਲਹਿਣਾ ਜੀ ਨੇ ਪੁੱਛਿਆ ਤੇ ਦੱਸਿਆ ਭਾਈ ਜੋਧ ਜੀ ਨੇ ਕਿ ਉਹ ਸਤਿਗੁਰੂ ਜੀ ਕਰਤਾਰਪੁਰ ਨਗਰ ਰਾਵੀ ਕਿਨਾਰੇ ਨਵਾਂ ਵਸਾਇਆ, ਉੱਥੇ ਨਿਵਾਸ ਕਰਦੇ ਹਨ। ਦਰਸ਼ਨਾਂ ਦੀ ਮਨ 'ਚ ਖਿੱਚ ਪਈ ਕਿ ਦਰਸ਼ਨ ਕਰਨੇ ਹਨ। ਇੱਧਰੋਂ ਜਦੋਂ ਪਿੰਡ ਦੇ ਲੋਕਾਂ ਨੇ ਆਖਿਆ ਕਿ ਤੂੰ ਸਾਨੂੰ ਜਵਾਲਾ ਪਰਸਣ ਵਾਸਤੇ ਲੈ ਕੇ ਚੱਲ, ਕਹਿਣ ਲੱਗੇ ਭਾਈ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਸੰਗਤ ਨਾਲ ਦੇ ਕਹਿਣ ਲੱਗੇ ਅੱਗਾ ਤੇਰਾ ਪਿੱਛਾ ਸਾਡਾ, ਰਸਤੇ ਵਿੱਚ ਉੱਧਰ ਵੀ ਹੋ ਚੱਲਾਂਗੇ ਤੇ ਜਵਾਲਾ ਜੀ ਦੇ ਦਰਸ਼ਨ ਕਰਵਾਓ। ਕਹਿਣ ਲੱਗੇ ਠੀਕ ਹੈ। ਹਜੂਰ ਨੂੰ ਨਾਲ ਲੈ ਕੇ ਸਾਥੀਆਂ ਨੂੰ ਚੱਲ ਪਏ। ਰਾਵੀ ਕਿਨਾਰੇ ਪਹੁੰਚ ਕੇ ਸੰਗਤ ਨੂੰ, ਨਾਲ ਦੇ ਸਾਥੀਆਂ ਨੂੰ ਆਖਿਆ ਵੀ ਤੁਸੀਂ ਇੱਥੇ ਬੈਠੋ। ਪੁੱਛਿਆ ਲੋਕਾਂ ਨੂੰ ਕਿ ਇਹੀ ਕਰਤਾਰਪੁਰ ਹੈ ਜਿਹੜਾ ਗੁਰੂ ਨਾਨਕ ਨੇ ਵਸਾਇਆ? ਕਹਿੰਦੇ ਹਾਂ। ਪਤਾ ਕਰਕੇ ਕਹਿਣ ਲੱਗੇ ਨਾਲ ਦਿਆਂ ਨੂੰ ਤੁਸੀਂ ਇੱਥੇ ਬੈਠੋ, ਮੈਂ ਗੁਰੂ ਨਾਨਕ ਦੇ ਦਰਸ਼ਨ ਕਰ ਆਵਾਂ। ਦਰਸ਼ਨ ਕਰਨ ਵਾਸਤੇ ਚੱਲ ਪਏ, ਘੋੜੀ ਤੇ ਚੜੇ ਹੋਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣਾ ਦੂਸਰਾ ਸਰੂਪ ਆਇਆ ਜਾਣਦੇ ਹੋਏ ਅੱਗੋਂ ਲੈਣ ਵਾਸਤੇ ਚੱਲ ਪਏ। ਜਿਸ ਰਸਤੇ ਤੇ ਆ ਰਹੇ ਨੇ ਪਹਿਲੀ ਮੁਲਾਕਾਤ ਹੈ। ਜਾ ਕੇ ਪੁੱਛਿਆ ਜੀ ਮੈਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨੇ ਨੇ। ਸਤਿਗੁਰੂ ਕਹਿਣਗੇ ਪੁਰਖਾ ਸਾਡੇ ਮਗਰ ਮਗਰ ਆ ਜਾਓ। ਸਤਿਗੁਰੂ ਨਾਨਕ ਸਾਹਿਬ ਅੱਗੇ ਅੱਗੇ ਚੱਲ ਪਏ। ਬਾਬਾ ਲਹਿਣਾ ਜੀ ਘੋੜੀ ਤੇ ਚੜੇ ਹੋਏ ਮਗਰ ਮਗਰ ਹੈ। ਜਿੱਥੇ ਦਰਬਾਰ ਬਣਿਆ ਹੋਇਆ ਸੀ ਸਤਿਗੁਰੂ ਜੀ ਦਾ ਕਰਤਾਰਪੁਰ ਸਾਹਿਬ ਹੈ,
ਉੱਥੇ ਪਹੁੰਚ ਕੇ ਹਜੂਰ ਨੇ ਇਸ਼ਾਰਾ ਕੀਤਾ ਵੀ ਪਰੇ ਖੁੰਡ ਨਾਲ ਘੋੜੀ ਬੰਨ੍ਹ ਆਓ, ਵੱਡੇ ਬਾੜ ਥਾਣੀ ਅੰਦਰ ਆ ਜਾਓ। ਆਪ ਛੋਟੀ ਦਰਵੀਚੀ ਵੇਚਦੀ ਅੰਦਰ ਆਪਣੇ ਆਸਣ ਤੇ ਜਾ ਬੈਠੇ। ਘੋੜੀ ਬੰਨ੍ਹ ਕੇ ਜਦੋਂ ਅੰਦਰ ਗਏ ਵੱਡੇ ਬਾੜ ਥਾਣੀ, ਧੰਨ ਗੁਰੂ ਨਾਨਕ ਸਾਹਿਬ ਜੀ ਉਹੀ ਸਤਿਗੁਰੂ ਜਿਹੜੇ ਰਸਤੇ 'ਚ ਲੈਣ ਵਾਸਤੇ ਆਏ ਸੀ ਅੱਗੇ, ਜਿਨ੍ਹਾਂ ਨੇ ਰਸਤਾ ਦੱਸਿਆ ਤੇ ਇਹੀ ਗੁਰੂ ਨਾਨਕ ਸਾਹਿਬ ਹਨ। ਜਾ ਕੇ ਮੱਥਾ ਟੇਕਿਆ ਤੇ ਹੱਥ ਜੋੜ ਕੇ ਬੇਨਤੀ ਕੀਤੀ, ਸਤਿਗੁਰੂ ਜੀ ਬਹੁਤ ਵੱਡੀ ਮੈਥੋਂ ਭੁੱਲ ਹੋ ਗਈ ਹੈ। ਮੈਂ ਘੋੜੀ ਤੇ ਚੜ੍ਹ ਕੇ ਆਏ ਹਾਂ, ਤੁਸੀਂ ਪੈਦਲ ਚੱਲ ਕੇ ਆਏ ਹੋ, ਬਹੁਤ ਵੱਡੀ ਨਰਾਦਰੀ ਹੋਈ ਹੈ। ਸਤਿਗੁਰੂ ਕਹਿਣਗੇ, ਪੁਰਖਾ ਕੀ ਨਾਮ ਹੈ ਤੇਰਾ? ਮੇਰਾ ਨਾਮ ਹੈ ਜੀ ਲੈਣਾ ਹੈ। ਸਤਿਗੁਰੂ ਕਹਿਣਗੇ, ਤੁਸੀਂ ਲੈਣਾ ਤੇ ਅਸੀਂ ਦੇਣਾ ਹੈ। ਜਿਨ੍ਹਾਂ ਨੇ ਲੈਣਾ ਹੁੰਦਾ ਉਹ ਘੋੜੀਆਂ ਤੇ ਹੀ ਆਉਂਦੇ, ਜਿਨ੍ਹਾਂ ਦੇਣਾ ਹੋਵੇ ਉਹਨਾਂ ਨੂੰ ਪੈਦਲ ਹੀ ਆਉਣਾ ਪੈਂਦਾ ਹੈ। ਪਹਿਲੇ ਹੀ ਦਰਸ਼ਨ ਸੀ, ਅਜੇ ਕੋਈ ਸੇਵਾ ਵੀ ਨਹੀਂ ਸੀ ਕੀਤੀ। ਇਹ ਬਚਨ ਕਹਿ ਕੇ ਨਿਹਾਲ ਕਰਨਾ। ਦੂਸਰੀ ਵਾਰੀ ਬਾਬਾ ਲਹਿਣਾ ਜੀ ਪਿੰਡੋਂ ਗਏ ਖਡੂਰ ਤੋਂ, ਲੂਣ ਦਾ ਭਾਰ ਸਿਰ ਤੇ ਰੱਖਿਆ ਹੋਇਆ ਤੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਗਏ। ਸਤਿਗੁਰੂ ਜੀ ਖੇਤ ਵਿੱਚ ਖੇਤੀ ਕਰਵਾ ਰਹੇ ਸਨ। ਘਰ ਜਾ ਕੇ ਲੂਣ ਦਾ ਬੋਝ ਸਿਰ ਤੋਂ ਉਤਾਰਿਆ ਪੰਡ ਤੇ ਮਾਤਾ ਜੀ ਨੂੰ ਦਰਸ਼ਨ ਕੀਤੇ ਤੇ ਨਮਸਕਾਰ ਕੀਤੀ। ਆਖਿਆ, ਮਾਤਾ ਜੀ ਸਤਿਗੁਰਾਂ ਦੇ ਮਹਿਲ ਸਾਡੇ ਮਾਤਾ ਸੁਲੱਖਣੀ ਜੇ। ਮਾਤਾ ਜੀ ਸਤਿਗੁਰੂ ਕਿੱਥੇ ਹਨ? ਦੱਸਿਆ ਕਿ ਸਿੱਖਾਂ ਨੂੰ ਨਾਲ ਲੈ ਕੇ ਖੇਤੀ ਕਰਵਾ ਰਹੇ ਨੇ, ਝੋਨੇ ਚੋਂ ਤਾਲ ਕਢਵਾ ਰਹੇ ਨੇ। ਮਾਤਾ ਜੀ ਨੇ ਨਿਸ਼ਾਨੀ ਦੱਸੀ, ਪਈ ਤਾਂ ਤੂੰ ਆਪਣਾ ਖੇਤ ਹੈ ਤੇ ਉੱਧਰ ਚਲੇ ਜਾਓ। ਖੇਤ ਨੂੰ ਚਲੇ ਗਏ। ਸਾਹਮਣੇ ਸਤਿਗੁਰੂ ਸੰਗਤ ਲੱਗੀ ਹੋਈ ਕੰਮ ਤੇ, ਸਤਿਗੁਰੂ ਖਲੋਤੇ ਹੋਏ, ਜਾਂ ਚਰਨਾਂ ਤੇ ਸਿਰ ਰੱਖਿਆ। ਸਤਿਗੁਰੂ ਜੀ ਮੈਨੂੰ ਵੀ ਕਿਸੇ ਸੇਵਾ 'ਚ ਲਾਓ ਜੀ। ਕਹਿਣਗੇ, ਲੈ ਪੁਰਖਾ ਤੂੰ ਵੀ ਆਰੰਭੀ ਖੁਰਪੀ ਲੈ ਕੇ ਤਾਲ ਕੱਢ, ਝੋਨੇ 'ਚੋਂ ਨਦੀਨ ਕੱਢ। ਕੱਢਦਿਆਂ ਝੋਨੇ ਦਾ ਕੋਈ ਬੂਟਾ ਕੱਟਿਆ ਗਿਆ। ਮੌਜ ਦੇ ਮਾਲਕ ਸਤਿਗੁਰੂ ਕਹਿਣਗੇ, ਪੁਰਖਾ ਆ ਤੈਨੂੰ ਹੋਰ ਸੇਵਾ 'ਚ ਲਾਉਣੇ ਐ। ਉਹ ਜਿਹੜਾ ਚਿੱਕੜ ਵਿੱਚੋਂ ਕੱਢਿਆ ਹੋਇਆ ਸੀ ਨਾ ਘਾਹ ਤਾਲ, ਉਹ ਪੱਠਿਆਂ ਦੀ ਪੰਡ ਬੰਨ੍ਹ ਕੇ ਹਜੂਰ ਨੇ ਜਿਹੜੇ ਪਸ਼ੂ ਰੱਖੇ ਹੋਏ ਸੀ, ਗਾਈਆਂ ਮੱਝੀਆਂ, ਸਤਿਗੁਰੂ ਕਹਿਣਗੇ ਚੱਲ ਕੇ ਉਹਨਾਂ ਨੂੰ ਪਾਓ। ਉਹ ਹਣਗਾਰਾ ਨੁੱਚੜਦਾ ਪੱਠਿਆਂ ਵਿੱਚੋਂ ਚਿੱਕੜ ਸਿਰ ਤੇ ਪੰਡ ਬੰਨ੍ਹ ਕੇ ਰੱਖ ਦਿੱਤੇ। ਲੈ ਕੇ ਆ ਰਹੇ ਸਨ, ਨੁੱਚੜ ਕੇ ਉਹ ਪਾਣੀ ਚਿੱਕੜ ਵਾਲਾ, ਦਸਤਾਰ ਵੀ ਲਿਬੜ ਗਈ, ਭਿੱਜ ਗਈ ਤੇ ਚੋਲੇ ਤੇ ਵੀ ਛਿੱਟੇ ਪੈ ਗਏ। ਸਤਿਗੁਰੂ ਨਾਨਕ ਸਾਹਿਬ ਮਗਰ ਅੱਗੇ ਬਾਬਾ ਲਹਿਣਾ ਗਏ। ਘਰੇ ਆਏ, ਖੁਰਲੀ 'ਚ ਪਸ਼ੂਆਂ ਨੂੰ ਪੱਠੇ ਪਾਏ। ਮਾਤਾ ਜੀ ਸੁਲੱਖਣੀ ਜੀ ਨੇ ਵੇਖਿਆ, ਦਸਤਾਰ ਵੀ ਲਿਬੜ ਗਈ ਸਿੱਖ ਦੀ, ਚੋਲੇ ਤੇ ਵੀ ਚਿੱਕੜ ਦੇ ਛਿੱਟੇ ਨੇ। ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰੂ ਨਵਾਂ ਹੀ ਸਿੱਖ ਆਇਆ ਸੀ ਤੇ ਵਿਚਾਰੇ ਦੇ ਵਸਤਰ ਖਰਾਬ ਕਰ ਦਿੱਤੇ, ਇਹਦੀ ਪੱਗ ਵੀ ਭਿੱਜ ਗਈ, ਪੰਡ ਪੱਠਿਆਂ ਵਾਲੀ ਚੁਕਾਈ ਹੋਈ, ਕੱਪੜਿਆਂ ਤੇ ਵੀ ਛਿੱਟੇ ਪੈ ਗਏ ਨੇ। ਸਤਿਗੁਰੂ ਕਹਿਣਗੇ, ਸੁਲੱਖਣੀ ਚੰਗੀ ਤਰ੍ਹਾਂ ਵੇਖ ਕੇ ਪੱਠਿਆਂ ਦੀ ਪੰਡ ਕਿ ਦੀਨ ਦੁਨੀ ਦਾ ਛਤਰ ਝੁੱਲਦਾ ਹੈ। ਮਾਤਾ ਜੀ ਨੇ ਵੇਖਿਆ, ਦੀਨ ਦੁਨੀ ਦਾ ਛਤਰ ਝੁੱਲਦਾ ਦਿਖਾਈ ਦਿੱਤਾ ਹੈ। ਸੁਲੱਖਣੀ ਆ ਗਾਰਿਆਂ ਦੇ ਛਿੱਟੇ ਨੇ ਕਿ ਕੇਸਰ ਦੇ ਛਿੱਟੇ ਪਾਏ ਹੋਏ ਨੇ, ਚੰਗੀ ਤਰ੍ਹਾਂ ਵੇਖ ਹੈ। ਮਾਤਾ ਜੀ ਕਹਿਣਗੇ, ਸਤਿਗੁਰੂ ਤੁਹਾਡੀ ਰਮਜ ਤੁਸੀਂ ਜਾਣਦੇ ਹੋ। ਐਸੀ ਮਹਾਨ ਸੇਵਾ 'ਚ ਬਾਬਾ ਲਹਿਣਾ ਜੀ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਜੁਟੇ। ਕਈਆਂ ਇਤਿਹਾਸਕਾਰਾਂ ਨੇ 12 ਵਰ੍ਹੇ ਲਿਖਿਆ, ਪਰ ਸੰਮਤ ਦੇ ਮੁਤਾਬਕ ਕਰੀਬਨ 7 ਸਾਲ ਦਾ ਸਮਾਂ ਬਣਦਾ ਹੈ। ਸਤਿਗੁਰੂ ਨਾਨਕ ਸਾਹਿਬ ਜੀ ਦੀ ਰਾਤ ਦਿਨ ਦੀ ਮਹਾਨ ਸੇਵਾ ਹੈ। ਵੱਡੀ ਤੋਂ ਵੱਡੀ ਜਦੋਂ ਪਰਖ ਕੀਤੀ ਤੇ ਬਾਬਾ ਲਹਿਣਾ ਜੀ ਕੱਲ ਬੇਨਤੀ ਕੀਤੀ ਸੀ, ਸਿੱਖਾਂ ਪੁੱਤਰਾਂ ਕੋਖ ਕੈ ਸਭ ਉਮਤ ਵੇਖਾ ਹੋ ਜੇ ਕਿਉਂ ਨੈ, ਜਾਂ ਸੁਧ ਹੋਸ ਤਾਂ ਲਹਿਣਾ ਟਿਕਿਓ ਨੈ। ਸਿੱਖਾਂ ਦੀ ਪੁੱਤਰਾਂ ਦੀ ਕੋਖ ਪੜਤਾਲ ਕੀਤੀ, ਪਰਖ ਕੀਤੀ, ਤਾਂ ਜਦੋਂ ਸਾਰੇ ਪਰਖੇ ਨਾ ਫਿਰ ਜਾਂ ਸੁਧ ਹੋਸ ਜਾਂ ਸੋਧ ਕੇ ਵੇਖਿਆ ਨਿਰਣਾ ਕਰਕੇ ਤਾਂ ਲਹਿਣਾ ਟਿਕਿਓ ਨੈ। ਸਤਿਗੁਰੂ ਅੰਗਦ ਸਾਹਿਬ ਵੀ ਗੁਰਤਾ ਗੱਦੀ ਤੇ ਆਪ ਟਿਕਾਉਣਾ ਕੀਤੇ ਸੀ ਔਰ ਮਰਿਆਦਾ ਨੂੰ ਪਾਲਣ ਵਾਲੇ ਸਤਿਗੁਰੂ ਪਰਖ ਵਿੱਚ ਟਿਕ ਸਕੇ ਸਨ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਗੁਰਿਆਈ ਦਾ ਤਖਤ ਬਖਸ਼ਿਆ। ਸਭ ਸੰਗਤ ਨੂੰ ਆਗਿਆ ਕੀਤੀ ਖਡੂਰ ਸਾਹਿਬ
ਵਾਹਿਗੁਰੂ ਕਰਤਾਰਪੁਰ ਸਾਹਿਬ ਵੀ ਇਹਨਾਂ ਦੇ ਚਰਨਾਂ ਤੇ ਮੱਥਾ ਟੇਕੋ। ਆਪ ਪ੍ਰਕਰਮਾ ਕੀਤੀ, 5 ਪੈਸੇ ਨਾਲੀਏ ਰੱਖ ਕੇ ਮੱਥਾ ਟੇਕ ਦਿੱਤਾ ਹੈ। ਸਾਰੀ ਸੰਗਤ ਨੂੰ ਮੱਥਾ ਟੇਕਣ ਵਾਸਤੇ ਆਗਿਆ ਕੀਤੇ, ਲੇਕਿਨ ਸਮੇਂ ਦੇ ਹਾਲਾਤ ਈਰਖਾ ਵਸ ਹੋਏ। ਸਾਹਿਬਜ਼ਾਦੇ ਕੁਝ ਸਤਿਗੁਰੂ ਨਾਨਕ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ 5 ਦਿਨ ਪਹਿਲੋਂ ਸਤਿਗੁਰੂ ਅੰਗਦ ਸਾਹਿਬ ਨੂੰ ਗੁਰਿਆਈ ਬਖਸ਼ੇ ਸੇ। ਸਤਿਗੁਰੂ ਕਹਿਣਗੇ ਪੁਰਖਾ ਖਡੂਰ ਨਗਰ ਚਲੇ ਜਾਓ ਤੇ ਮਾਤਾ ਭਰਾਈ ਜੀ ਦੇ ਪਾਸ ਸਾਡਾ ਸਿੰਘਾਸਣ ਹੈ, ਉੱਥੇ ਜਾ ਕੇ ਬੰਦਗੀ ਕਰੋ। ਕਰਤਾਰਪੁਰ ਸਾਹਿਬ ਛੱਡ ਜਾਓ। 7 ਵਚਨ ਸਤਿਗੁਰੂ ਜਿਵੇਂ ਆਪ ਜੀ ਦਾ ਹੁਕਮ ਹੈ। ਕਰਤਾਰਪੁਰ ਸਾਹਿਬ ਛੱਡ ਕੇ ਖਡੂਰ ਸਾਹਿਬ ਆਣ ਬੈਠੇ ਮਾਤਾ ਭਰਾਈ ਜੀ ਦੇ ਕੋਲ। ਇੱਥੇ ਕਮਰੇ 'ਚ ਕੋਠੜੀ ਸਾਹਿਬ 'ਚ ਬੈਠ ਕੇ ਪਰਮੇਸ਼ਰ ਦੀ ਯਾਦ 'ਚ ਜੁੜ ਗਏ। ਸਮਾਂ ਪਾ ਕੇ ਸਤਿਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾ ਗਏ। 6 ਮਹੀਨੇ ਲਗਭਗ ਸਮਾਂ ਬਣਿਆ ਰਿਹਾ। ਸੰਗਤ ਬੜੀ ਬੇਵਲ ਹੋਈ ਕਿ ਕਿੱਥੇ ਨੇ ਗੁਰੂ ਅੰਗਦ ਸਾਹਿਬ ਹੈ, ਜਿਹੜੇ ਸਤਿਗੁਰਾਂ ਨੂੰ ਗੁਰਿਆਈ ਬਖਸ਼ੀ ਹੈ, ਉਹ ਕਿੱਥੇ ਹਨ। ਬੜੀ ਸੰਗਤ ਉਤਾਵਲੀ ਹੋਈ ਦਰਸ਼ਨਾਂ ਵਾਸਤੇ। ਭਾਈ ਬੁੱਢਾ ਸਾਹਿਬ ਜੀ ਨੂੰ ਸਤਿਗੁਰੂ ਨਾਨਕ ਸਾਹਿਬ ਜੀ ਨੇ ਬਚਨ ਦਿੱਤਾ ਸੀ, ਭਾਈ ਬੁੱਢਿਆ ਤੇਥੋਂ ਕਦੇ ਓਹਲੇ ਨਾ ਹੋ ਸਾਂ। ਜਿਨ੍ਹਾਂ ਨੇ ਜਨਮ ਸਾਖੀ ਪੜ੍ਹੀ ਹੈ ਜ਼ਰੂਰ ਇਹ ਬਚਨ ਪੜ੍ਹੇ ਹੋਣਗੇ, ਭਾਈ ਬੁੱਢਿਆ ਤੇਥੋਂ ਕਦੇ ਓਹਲੇ ਨਾ ਹੋ ਸਾਂ। ਉਸ ਵੇਲੇ ਸੰਗਤ ਨੇ ਇਕੱਠੇ ਹੋ ਕੇ ਬੇਨਤੀ ਕੀਤੀ, ਬਾਬਾ ਜੀ ਸਤਿਗੁਰਾਂ ਨੇ ਤੁਹਾਨੂੰ ਇਹ ਬਚਨ ਦਿੱਤਾ ਹੋਇਆ ਤੇ ਤੁਸੀਂ ਦੱਸੋ ਕਿ ਕਿੱਥੇ ਨੇ ਗੁਰੂ ਨਾਨਕ ਸਾਹਿਬ ਦਾ ਸਰੂਪ, ਗੁਰੂ ਅੰਗਦ ਸਾਹਿਬ ਕਿੱਥੇ ਨੇ, ਸਾਨੂੰ ਲੱਭ ਕੇ ਦਿਓ। ਸਾਰੀ ਸੰਗਤ ਨੂੰ ਨਾਲ ਲੈ ਲਿਆ ਤੇ ਬਾਬਾ ਜੀ ਖਡੂਰ ਸਾਹਿਬ ਨੂੰ ਚੱਲ ਪਏ। ਜਦੋਂ ਇੱਥੇ ਆਏ ਨਾ ਮਾਈ ਭਰਾਈ ਨੂੰ ਆ ਕੇ ਪੁੱਛਿਆ ਵੀ ਮਾਤਾ ਜੀ ਸਤਿਗੁਰਾਂ ਬਾਰੇ ਸਾਨੂੰ ਦੱਸੋ। ਮਾਤਾ ਜੀ ਚੁੱਪ ਰਹਿ। ਉਸ ਵੇਲੇ ਬਾਬਾ ਜੀ ਸਮਝ ਗਏ ਵੀ ਸਤਿਗੁਰਾਂ ਦੀ ਰੋਕੀ ਹੋਈ ਹੋਣੀ ਹੈ। ਇਰਦ ਗਿਰਦ ਵੇਖਿਆ ਘਰ ਵਿੱਚ ਇੱਕ ਨਵੀਂ ਦੀਵਾਰ ਜੀ ਕੱਢੀ ਹੋਈ, ਉਹਦੇ ਮਗਰ ਕੋਠੜੀ। ਸੰਗਤ ਨੂੰ ਕਹਿਣਗੇ ਬਾਬਾ ਜੀ ਸੰਗਤ ਜੀ ਮੈਨੂੰ ਐਵੇਂ ਜਾਪਦਾ ਹੈ ਐਸ ਕੋਠੜੀ ਦੇ ਅੰਦਰ ਗੁਰੂ ਅੰਗਦ ਸਾਹਿਬ ਜੀ ਹੋਣਗੇ। ਆਹ ਦੀਵਾਰ ਜਿਹੜੀ ਹੈ ਇਹ ਪਾਸੇ ਕਰੀਏ। ਝਾਟੀ ਸੰਗਤ ਨੇ ਇੱਟਾਂ ਢੇੜ ਦਿੱਤੀਆਂ, ਉਹ ਦੀਵਾਰ ਪਾਸੇ ਕਰ ਦਿੱਤੀ। ਮਗਰਲੇ ਬੰਨੇ ਦਰਵਾਜ਼ਾ ਸੀ। ਬਾਬਾ ਬੁੱਢਾ ਸਾਹਿਬ ਜੀ ਦਰਵਾਜ਼ਾ ਖੋਲ੍ਹਿਆ, ਪਦਮ ਆਸਣ ਲਾ ਕੇ ਗੁਰੂ ਅੰਗਦ ਸਾਹਿਬ ਜੀ ਨੇਤਰ ਕਵਲ ਬੰਦ ਨਿਰਵਿਕਲਪ ਸਮਾਧੀ ਵਿੱਚ ਸਤਿਗੁਰੂ ਬੈਠੇ ਹੋਏ। ਗੋਡਿਆਂ ਤੇ ਜਾ ਸਿਰ ਰੱਖਿਆ ਬਾਬਾ ਜੀ ਨੇ। ਸਤਿਗੁਰੂ ਵੇਖਣ ਸਾਰ ਘੁੱਟ ਕੇ ਛਾਤੀ ਨਾਲ ਲਾ ਲਿਆ ਬਾਬਾ ਬੁੱਢਾ ਸਾਹਿਬ ਜੀ ਨੂੰ। ਬਾਬਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਗੁਰਤਾ ਗੱਦੀ ਕਮਰੇ 'ਚ ਵੜ ਕੇ ਬੈਠਣ ਵਾਸਤੇ ਨੇ ਦਿੱਤੇ। ਸੰਸਾਰ ਦਾ ਭਲਾ ਕਰੋ। ਸੰਗਤ ਤੁਹਾਡੇ ਦਰਸ਼ਨਾਂ ਲਈ ਬੇਵਲ ਹੋ ਰਹੀ ਹੈ ਤੇ ਬੇਨਤੀ ਪ੍ਰਵਾਨ ਕਰੋ ਤੇ ਬਾਹਰ ਨਿਕਲ ਕੇ ਸੰਗਤਾਂ ਨੂੰ ਦਰਸ਼ਨ ਬਖਸ਼ੋ। ਸਤਿਗੁਰੂ ਕਹਿਣਗੇ ਬਾਬਾ ਜੀ ਬਾਹਰ ਸੰਗਤਾਂ ਦੇ ਬੈਠਣ ਵਾਸਤੇ ਪ੍ਰਬੰਧ ਕਰੋ, ਆਸਣ ਵਿਛਾਓ ਤੇ ਅਸੀਂ ਵੀ ਆ ਜਾਂਦੇ ਹਾਂ। ਦੀਵਾਨ ਸੱਜ ਗਿਆ। ਸਤਿਗੁਰਾਂ ਦੇ ਬੈਠਣ ਵਾਸਤੇ ਸੋਹਣਾ ਸਿੰਘਾਸਣ ਵਿਛਾਇਆ। ਸੰਗਤ ਬੈਠ ਗਈ। ਉਸ ਵੇਲੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਤਿਗੁਰੂ ਅੰਗਦ ਸਾਹਿਬ ਜੀ ਕਮਰੇ 'ਚੋਂ ਬਾਹਰ ਆਏ, ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿੱਤੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਮਾਉਣ ਦੀ ਖਬਰ ਜਦੋਂ ਸਾਰੀ ਪਤਾ ਲੱਗਾ, ਪਹਿਲਾ ਬਾਣੀ ਦਾ ਸ਼ਬਦ ਉਸ ਵੇਲੇ ਇਹ ਫਰਮਾਇਆ ਸੀ ਸਲੋਕ, ਜਿਸ ਪਿਆਰੇ ਸਿਓ ਨੇਹੋ ਤਿਸ ਆਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣੈ। ਉਸ ਵੇਲੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇ ਕੇ ਨਿਹਾਲ ਕੀਤਾ। ਭਾਈ ਸੱਤਾ ਭਾਈ ਬਲਵੰਡ ਜੀ ਸਤਿਗੁਰੂ ਅੰਗਦ ਸਾਹਿਬ ਦੀ ਉਸਤਤ ਵਜੋਂ ਪੌੜੀ ਲਿਖਦੇ ਹੋਏ ਇਉਂ ਕਹਿੰਦੇ ਹਨ, ਮਨ ਬਿਰਤੀਆਂ ਨੂੰ ਇਕਾਗਰਤਾ ਸਹਿਤ ਕਰਦੇ ਹਾਂ। ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਫੇਰ ਵਿਸਾਇਆ ਫੇਰ ਆਣਾ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫੇਰ ਵਸਾਇਆ। ਜਦੋਂ ਗੁਰੂ ਨਾਨਕ ਸਾਹਿਬ ਦੀ ਸੇਵਾ 'ਚ ਗਏ ਆ ਕੇ ਫਿਰ ਵਸਾਉਣਾ ਕੀਤਾ ਸੀ, ਫੇਰ ਵਸਾਇਆ। ਫਿਰ ਵਸਾਉਣਾ ਕੀਤਾ, ਫੇਰ ਆਣਾ। ਪਹਿਲੇ ਫੇਰ ਦੇ ਰਾਰੇ ਨੂੰ ਸਿਹਾਰੀ ਹੈ, ਜਿਸ ਦਾ ਮਤਲਬ ਹੈ ਕਿ ਦੁਬਾਰਾ ਆ ਕੇ ਨਗਰ ਵਸਾਇਆ, ਇਸ ਨਗਰ 'ਚ ਆ ਕੇ ਵਸੇ।
ਜਿਹੜਾ ਦੂਸਰਾ ਫੇਰ ਹੈ ਨਾ ਉਹਦੇ ਰਾਰੇ ਨੂੰ ਔਂਕੜ ਹੈ। ਇੱਕ ਇੱਕ ਲਗ ਮਾਤਰ ਚ ਬਹੁਤ ਬਹੁਤ ਵੱਡਾ ਸਿਧਾਂਤ ਸਤਿਗੁਰੂ ਨੇ ਗੁਰਬਾਣੀ 'ਚ ਰੱਖਿਆ ਹੋਇਆ ਹੈ। ਇਹ ਗੱਲ ਵੱਖਰੀ ਹੈ ਵੀ ਸਾਡਾ ਅਸੀਂ ਉੱਥੋਂ ਤੱਕ ਯਤਨ ਹੀ ਨਾ ਕਰੀਏ, ਨਾ ਪਤਾ ਕਰੀਏ ਤੇ ਗੱਲ ਵੱਖਰੀ ਹੈ। ਔਰ ਜੇ ਸਮਝੀਏ ਕਿ ਉਹੀ ਅੱਖਰ ਨੇ, ਇਹ ਗੱਲ ਨਹੀਂ। ਫੇਰ ਵਸਾਇਆ ਫੇਰ ਆਣੈ, ਫੇਰ ਵਸਾਉਣਾ ਕੀਤਾ ਸੀ ਖਡੂਰ ਸਾਹਿਬ, ਫੇਰ ਆਣ। ਫੇਰ ਦਾ ਮਤਲਬ ਲਹਿਰਾਰੇ ਦੀ ਔਂਕੜ ਵਾਲੇ ਦਾ, ਬਾਬਾ ਫੇਰੂ ਮੱਲ ਜੀ ਦੇ ਆਣ ਨਾਮ ਹੁੰਦਾ ਪੁੱਤਰ ਦਾ। ਬਾਬੇ ਫੇਰੂ ਮੱਲ ਦੇ ਪੁੱਤਰ ਸਾਹਿਬਜ਼ਾਦੇ ਗੁਰੂ ਅੰਗਦ ਸਾਹਿਬ ਜੀ ਨੇ ਫੇਰ ਆ ਕੇ ਵਸਾਉਣਾ ਕੀਤਾ। ਸਤਿਗੁਰ ਖਡੂਰ, ਧੰਨ ਗੁਰੂ ਅੰਗਦ ਸਾਹਿਬ ਜੀ ਨੇ ਖਡੂਰ ਸਾਹਿਬ ਦੁਬਾਰਾ ਆ ਕੇ ਵਸਾਉਣਾ ਕੀਤਾ। ਸੰਗਤ ਵਿੱਚ ਬੈਠ ਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਜਪ ਤਪ ਸੰਜਮ ਨਾਲ ਤੁਧ, ਹੇ ਸੱਚੇ ਪਾਤਸ਼ਾਹ ਜਪ ਤਪ ਸੰਜਮ ਨਾਲ ਤੁਧ। ਜਿਹੜੇ ਜਪ ਕਰਨਾ ਨਾ ਹੁੰਦਾ ਜਾਪ, ਮੰਤਰਾਂ ਦਾ ਜਾਪ ਹੈ। ਤਪ ਹੁੰਦਾ ਸਰੀਰ ਨੂੰ ਕਸ਼ਟ ਦੇਣੇ, ਜਲ ਧਾਰੇ ਕਰਨੇ, ਧੂਏ ਬਾਲ ਕੇ ਵਿੱਚ ਬੈਠ ਜਾਣਾ, ਧੂਆਂ ਦੇ ਚਾਰ ਚਫੇਰੇ ਧੂਆਂ ਬਾਲ ਲੈਣਾ, ਵਿਚਕਾਰ ਆਓ ਬੈਠ ਜਾਣਾ। ਜੇਠ ਹਾੜ ਦੀ ਕਹਿਰ ਦੀ ਗਰਮੀ ਵਿੱਚ ਸਰੀਰ ਨੂੰ ਕਸ਼ਟ ਦੇਣਾ, ਤਪ ਕਰਨਾ, ਤਪਾਉਣਾ, ਇਹ ਖਾਲਸਾ ਜੀ ਤਪ ਹੁੰਦਾ ਤੇ ਜਪ ਹੁੰਦਾ ਮੰਤਰਾਂ ਦਾ ਜਾਪ ਹੈ। ਸੰਜਮ ਇੰਦਰੀਆਂ ਦਾ ਦਮਨ ਹੈ। ਸੱਚੇ ਪਾਤਸ਼ਾਹ ਜਾਪ ਤਪ ਆਦਿਕ ਜਿਹੜੇ ਸਾਧਨ ਨੇ ਤੇ ਇੰਦਰੀਆਂ ਦਾ ਜਿਹੜਾ ਦਮਨ ਹੈ, ਇਹ ਸਾਰੀਆਂ ਵਸਤੂਆਂ ਸੁਭ ਗੁਣਾ ਵਾਲੀਆਂ। ਹੋਰ ਮਚ ਗਰੂਰਾ, ਹੇ ਗੁਰੂ ਅੰਗਦ ਸਾਹਿਬ ਹੋਰ ਮੁੱਚ ਬਹੁਤੇ ਵੱਡੇ ਭਾਰੀ ਨੇ ਗਰੂਰ ਗੌਰਵਤਾ ਦੇ ਗੁਣਾਂ ਦੇ ਮਾਲਕ ਹੋ ਸਤਿਗੁਰੂ ਅੰਗਦ ਸਾਹਿਬ। ਵੱਡਾ ਭਾਰੀ ਜਪ ਕਰਨ ਵਾਲੇ, ਤਪ ਕਰਨ ਵਾਲੇ, ਇੰਦਰੀਆਂ ਨੂੰ ਰੋਕਣ ਵਾਲੇ, ਸੰਜਮ ਕਰਨ ਵਾਲੇ। ਹੋਰ ਮੁੱਚ ਗਰੂਰ, ਹੋਰ ਬਹੁਤੇ ਭਾਰੀ ਮੁੱਚ ਵੱਡੇ ਗਰੂਰ ਗੌਰਵਤਾ ਵਾਲੇ ਵੱਡੇ ਭਾਰੀ ਗੁਣਾਂ ਦੇ ਮਾਲਕ ਹਾਂ। ਸੱਚੇ ਪਾਤਸ਼ਾਹ ਜਿਹੜੇ ਹੰਕਾਰੀ ਲੋਕ ਨੇ ਨਾ, ਗਰੂਰ ਕਰਨ ਵਾਲੇ, ਆਪਣੇ ਸੇਵਕਾਂ ਦੀ ਗਰੂਰੀ ਨੂੰ ਮੁੱਚ ਨਾਮ ਹੁੰਦਾ ਕੱਟਣ ਦਾ। ਕੱਟ ਦਿੰਦੇ ਉਹ ਹਿਰਦੇ ਚੋਂ ਨਾਸ ਕਰ ਦਿੰਦੇ ਹਾਂ। ਐਸੇ ਮਹਾਬਲੀ ਸਤਿਗੁਰੂ ਹੋ ਲੱਭ ਬਣਾਏ ਮਾਨਸਾ। ਇਹ ਆਪਣੀ ਸੱਤਾ ਤੇ ਬਲਵੰਡਾ ਆਪਣੀ ਧੁਨੀ ਦੁਆਰਾ ਦੱਸਦੇ ਨੇ ਸੱਚੇ ਪਾਤਸ਼ਾਹ। ਲੱਭ ਬਣਾਏ ਮਾਨਸਾ, ਜਿਹੜੇ ਮਾਨਸਾ ਮਨੁੱਖ ਨੇ ਨਾ, ਮਾਨਸ ਇਹਨਾਂ ਨੂੰ ਲੱਭ ਬਣਾਏ। ਜਿਹੜਾ ਲੱਭ ਹੁੰਦਾ ਨਾ ਖਾਣ ਦਾ, ਪੀਣ ਦਾ, ਭੋਗਣ ਦਾ, ਪਹਿਨਣ ਦਾ, ਇਹ ਸੱਚੇ ਪਾਤਸ਼ਾਹ ਜੀਵਾਂ ਨੂੰ ਬਣਾਏ ਨਾਸ ਕਰੀ ਜਾਂਦਾ ਹੈ। ਲੱਭ ਬਣਾਏ ਮਾਨਸਾ, ਮਾਨਸਾ ਮਨੁੱਖਾਂ ਨੂੰ ਲੱਭ ਜਿਹੜਾ ਖਾਣ ਪੀਣ ਦਾ, ਭੋਗਣ ਦਾ ਹੈ ਨਾ, ਲਾਲਚ ਵਸ ਹੋਏ ਹੋਏ ਇਹ ਬਣਾਏ ਨਾਸ ਕਰੀ ਜਾਂਦਾ ਜੀਵਾਂ ਨੂੰ, ਜਿਵੇਂ ਮਹਾਰਾਜ ਸਾਨੂੰ ਕੀਤਾ ਸੀ। ਲੱਭ ਹੀ ਸੀ ਨਾ ਵੀ ਇੱਕ ਦਿਨ ਦੀ ਭੇਟਾ ਸਾਨੂੰ ਚਾਹੀਦੀ ਹੈ, ਚੜਾਵਾ ਚਾਹੀਦਾ, ਜਿਸ ਕਰਕੇ ਅਸੀਂ ਗੁਰੂ ਘਰ ਦੇ ਨਿੰਦਕ ਬਣ ਗਏ। ਆਪਣੀ ਧੁਨ ਦੁਆਰਾ ਕਹਿੰਦੇ ਨੇ ਇਹ ਮਹਾਰਾਜ ਬੰਦਾ ਲਾਲਚ ਵਸ ਹੋ ਕਰਕੇ ਹੀ ਨਾਸ ਹੋ ਜਾਂਦਾ। ਜਿਉ ਪਾਣੀ ਬੂਰ, ਜਿਵੇਂ ਮਹਾਰਾਜ ਪਾਣੀ ਸਾਫ ਸੁਥਰਾ ਹੁੰਦਾ, ਪਰ ਜਿਹੜੇ ਪਾਣੀ ਤੇ ਬੂਰ ਆ ਜਾਵੇ ਨਾ, ਉਹ ਪਾਣੀ ਨੂੰ ਢੱਕ ਲੈਂਦਾ ਹੈ ਬੂਰ, ਉਹ ਫਿਰ ਪਾਣੀ ਪੀਣ ਯੋਗ ਨਹੀਂ ਰਹਿ ਜਾਂਦਾ, ਖਰਾਬ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਲਾਲਚ ਹੈ ਨਾ, ਲੱਭ ਹੈ, ਇਹ ਬੂਰ ਵਰਗਾ ਹੈ, ਬੂਰ ਵਰਗਾ ਹੈ। ਜਦੋਂ ਹਿਰਦੇ ਅੰਤःਕਰਨ ਦੇ ਅੰਦਰ ਸੁਭ ਗੁਣਾਂ ਨੂੰ ਆ ਕੇ ਢੱਕ ਲੈਂਦਾ ਹੈ ਨਾ, ਤੇ ਉਸ ਵੇਲੇ ਫਿਰ ਹਿਰਦੇ ਦਾ ਸੰਤੁਲਨ ਵਿਗੜ ਜਾਂਦਾ ਹੈ। ਜੀਵਨ ਫਿਰ ਟਿਕਾ ਦੇ ਸਹਿਤ ਨਹੀਂ ਰਹਿੰਦਾ। ਸੱਚੇ ਪਾਤਸ਼ਾਹ ਖਾਣ ਦਾ, ਪੀਣ ਦਾ, ਪਹਿਨਣ ਦਾ ਲਾਲਚ ਵਸ ਹੋਇਆ ਹੋਇਆ ਬੰਦਾ ਨਾ ਕਰਨ ਯੋਗ ਵੀ ਕੰਮ ਜਿਹੜੇ ਆ ਨਾ, ਸਤਿਗੁਰੂ ਕਹਿੰਦੇ ਉਹ ਵੀ ਕਰ ਲੈਂਦਾ ਹੈ। ਪੰਜਵੇਂ ਪਾਤਸ਼ਾਹ ਨੇ ਪੰਜਾਂ ਵਕਾਰਾਂ ਦਾ ਜਦੋਂ ਜ਼ਿਕਰ ਕੀਤਾ ਨਾ ਸਹਿਜ ਕੀਰਤੀ ਦੇ ਸਲੋਕਾਂ ਵਿੱਚ, ਹੇ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪ੍ਰਮਾਵਣ ਹੈ, ਚਿਤ ਹਰਣੰ ਤ੍ਰੈ ਲੋਕ ਗਮਯੰ ਜਪਤਾ ਸੀਲ ਵਿਦਾਰਣ ਹੈ। ਹੇ ਕ੍ਰੋਧਹੰ ਕੁਦੰਚ ਕਰਣਾ ਨਾ ਉਹ ਪਰਜਤੇ ਵਿਖਿਅੰਤ ਜੀਵੰ ਵਸਿਅੰ ਕ੍ਰੋਧ ਨਿਰਤਿਅੰ ਕ੍ਰੋਧ ਜਥਾ ਮਰਕਟ ਹੈ। ਲੋਭ ਦਾ ਜ਼ਿਕਰ ਕੀਤਾ, ਹੇ ਲੋਭਾ ਲੰਪਟ ਸੰਗ ਸਿਰ ਮੋਰ ਹੈ। ਅਨਕ ਲਹਿਰੀ ਕਲੋਲ ਤੇ ਧਵੰਤ ਜੀਆਂ ਬਹੁ ਪ੍ਰਕਾਰ, ਅਨਕ ਪਹੰਤ ਬਹੁ ਡੋਲ ਤੇ ਨਚ ਮਿੱਤਰੰ ਨਚ ਇਸ਼ਟੰ ਨਚ ਬਾਂਧਵ, ਨਚ ਮਾਤ ਪਿਤਾ ਤਵ ਲੱਜਿਆ। ਅਕਰਣੰ ਕ੍ਰੋਧ ਅਖਾਦ ਖਾਦਿਨ ਸਾਜਨ ਸਾਜ ਸਮਝਿਆ। ਸੋ ਹਜੂਰ ਕਹਿੰਦੇ ਲੋਭ ਦਾ ਗਰਸਿਆ ਹੋਇਆ ਜਿਹੜਾ ਬੰਦਾ ਹੈ, ਲੋਭੀ ਆਦਮੀ, ਸੋ ਇਹ ਸਾਰਿਆਂ ਦਾ ਸਿਰਮੌਰ ਹੈ ਜਿਹੜਾ ਲੋਭ ਹੈ।
ਤੇ ਅਨਕ ਲਹਿਰੀ ਕਲੋਲ ਤੇ ਅਲੇਖ ਤਰ੍ਹਾਂ ਦੀਆਂ ਲਹਿਰਾਂ ਕਲੋਲਾਂ ਹਿਰਦੇ 'ਚ ਪੈਦਾ ਕਰਦਾ ਸੰਕਲਪ, ਮਨ ਦਾ ਟਿਕਾਰ ਹੀ ਕਦੇ ਰਹਿਣ ਦਿੰਦਾ ਹੈ। ਤਾਵੰਤ ਜੀਆਂ ਬਹੁ ਪ੍ਰਕਾਰ ਅਨਕ ਭਾਂਤ ਬਹੁ ਡੋਲ ਤੇ ਧਾਉਂਦਾ ਫਿਰਦਾ ਲੋਭੀ ਆਦਮੀ, ਕਦੇ ਇੱਧਰ ਕਦੇ ਇੱਧਰ ਜਾਂਦਾ ਹੈ। ਕਬ ਹੋ ਜੀ ਅੜਾ ਊਬ ਚੜ੍ਹਤ ਹੈ, ਕਬ ਹੋ ਜਾਏ ਪਿਆਲੇ, ਲੋਭੀ ਜੀ ਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਲੋਭ ਗ੍ਰਸਿਓ ਦਸੋਂ ਹੁੰਦੇ ਸਤਾਵਤ, ਆਸਾ ਲੱਗਿਓ ਧਨ ਕੇ। ਸੋ ਲੋਭ ਦਾ ਗ੍ਰਸਿਆ ਹੋਇਆ ਹਲਕੇ ਕੁੱਤੇ ਵਰਗਾ ਕਹਿੰਦੇ ਲੋਭੀ ਆਦਮੀ। ਹਜੂਰ ਕਹਿੰਦੇ ਲੋਭ ਜਿਹੜਾ ਨਾ ਕੁੱਤੇ ਵਰਗਾ ਹੁੰਦਾ ਹੈ, ਜਿਵੇਂ ਹਲਕੇ ਕੁੱਤੇ ਦਾ ਤਵਾਰ ਹੀ ਕੋਈ ਨਹੀਂ, ਇਹਨੂੰ ਵੱਢ ਦੇਣਾ ਘਰਦਿਆਂ ਨੂੰ ਵੀ ਵੱਢਣ ਪੈ ਜਾਂਦਾ ਹੈ। ਇਸੇ ਤਰ੍ਹਾਂ ਖਾਲਸਾ ਜੀ ਕੁੱਤੇ ਦੀਆਂ ਕੁਝ ਨਿਸ਼ਾਨੀਆਂ ਹੁੰਦੀਆਂ ਹਲਕੇ ਦੀਆਂ। ਇੱਕ ਤਾਂ ਉਹਦੀ ਪੂਛ ਸਿੱਧੀ ਹੁੰਦੀ ਹੈ, ਇੱਕ ਮੂੰਹ ਚੋਂ ਝੱਗ ਸਿੱਟਦਾ ਰਹਿੰਦਾ, ਇੱਕ ਪਾਣੀ ਤੋਂ ਸੰਕੋਚ ਕਰਦਾ ਹਲਕਾ ਕੁੱਤਾ ਜਿਹੜਾ ਹੈ। ਸਤਿਗੁਰੂ ਕਹਿੰਦੇ ਲੋਭੀ ਆਦਮੀ 'ਚ ਵੀ ਇਹੀ ਗੁਣ ਨੇ, ਇਹੋ ਜਿਹੇ ਹਲਕੇ ਕੁੱਤੇ ਵਰਗਾ ਸੁਭਾਅ ਹੈ। ਮੂੰਹ ਚੋਂ ਝੱਗ ਸੁੱਟਦੇ ਰਹਿੰਦੇ ਨੇ, ਜਿੱਥੋਂ ਪਦਾਰਥ ਮਿਲ ਗਿਆ ਉੱਥੇ ਨਜਾਇਜ਼ ਹੀ ਉਸ ਤੱਕ, ਜਿੱਥੋਂ ਨਾ ਮਿਲਿਆ ਉੱਥੋਂ ਵਿਰੋਧਤਾ, ਈਰਖਾ ਤੇ ਫਿਰ ਝੂਠ ਫਰੇਬ ਉਹਦੇ ਸਬੰਧ ਵਿੱਚ ਬੋਲਣ ਲੱਗ ਪੈਂਦੇ ਨੇ। ਜਿਵੇਂ ਕੁੱਤੇ ਦੀ ਪੂਛ ਸਿੱਧੀ ਹੁੰਦੀ ਹੈ ਨਾ, ਹਰੇਕ ਅੱਗੇ ਹੱਥ ਆਡੀ ਛੱਡਣਾ, ਸਿੱਧਾ ਕਾਰ ਹੀ ਛੱਡਣਾ ਹੈ। ਜਿਵੇਂ ਪਾਣੀ ਤੋਂ ਸੰਕੋਚ ਕਰਦਾ, ਗੁਰੂ ਕੀ ਸੰਗਤ ਤੋਂ ਸੰਕੋਚ ਹੀ ਬਣਿਆ ਰਹਿੰਦਾ ਉਹਨਾਂ ਲੋਕਾਂ ਦਾ। ਸਤਿਗੁਰੂ ਕਹਿੰਦੇ ਲੋਭੀ ਕਾ ਵਿਸਾਹੋ ਨਾ ਕੀਜੈ, ਜੇ ਕਾ ਪਾਰ ਵਸਾਏ। ਲੋਭੀ ਆਦਮੀ ਨੂੰ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ। ਲੋਭ ਲਹਿਰ ਸਭ ਸਵਾਨ ਹਲਕਾ ਹੈ, ਹਲਕਿਓ ਸਭੈ ਵਿਗਾਰੇ। ਹਜੂਰ ਨੇ ਗੁਰਬਾਣੀ 'ਚ ਖਿਆਲ ਦਿੱਤਾ ਹੈ। ਤਾਵੰਤ ਜੀਆਂ ਬਹੁ ਪ੍ਰਕਾਰ ਅਨਕ ਭਾਂਤ ਬਹੁ ਡੋਲ ਤੇ, ਨਚ ਮਿੱਤਰੰ ਨਚ ਇਸ਼ਟੰ ਨਚ ਬਾਂਧਵ ਨਚ ਮਾਤ ਪਿਤਾ ਤਵ ਲੱਜਿਆ। ਨਚ ਨਹੀਂ ਹੈ ਮਿੱਤਰ ਦੀ ਲੱਜਿਆ ਲੋਭੀ ਆਦਮੀ ਨੂੰ, ਮਿੱਤਰ ਨਾਲ ਵੀ ਦਗਾ ਕਮਾਵੇਗਾ ਜ਼ਰੂਰ ਹੈ। ਤੇ ਜਿਹੜਾ ਇਸ਼ਟ ਹੈ ਨਾ, ਇਸ਼ਟ ਦੇਵ ਲਿਹਾਜ਼ ਉਹਦਾ ਵੀ ਨਹੀਂ ਕਰਦਾ। ਪ੍ਰਬੰਧਕਾਂ ਨੂੰ ਆ ਕੈਮਰੇ ਲਾਉਣੇ ਪੈਂਦੇ ਗੋਲਕ ਤੇ, ਦੋ ਮਾਰਨੇ ਪੈਂਦੇ ਆ ਤਾਲੇ ਕਿ ਕਿਸ ਬੰਦੇ ਲੋਭੀ ਦਾ ਕੀ ਪਤਾ, ਇਹਨੇ ਗੁਰੂ ਘਰ ਦੇ ਸਤਿਕਾਰ ਨੂੰ ਥੋੜਾ ਮੁੱਖ ਰੱਖਣਾ। ਲੋਭ ਦਾ ਗ੍ਰਸਿਆ ਹੋਇਆ ਇਸ਼ਟ ਦੇਵ ਦਾ ਸਤਿਕਾਰ ਵੀ ਭੁੱਲ ਜਾਂਦਾ ਹੈ। ਨਚ ਮਿੱਤਰੰ ਨਚ ਇਸ਼ਟੰ ਨਚ ਬਾਂਧਵ, ਤੇ ਨਾ ਕਿਸੇ ਬਾਂਧਵ ਸੰਬੰਧੀ ਦੇ ਲੱਜਿਆ ਰਹਿੰਦੀ ਹੈ ਲੋਭੀ ਆਦਮੀ ਨੂੰ। ਨਚ ਮਾਤ ਪਿਤਾ ਤਵ ਲੱਜਿਆ, ਤੇ ਨਾ ਮਾਂ ਦੀ ਤੇ ਨਾ ਪਿਓ ਦੀ ਲੱਜਿਆ ਸ਼ਰਮ ਰਹਿੰਦੀ ਹੈ ਲੋਭੀ ਆਦਮੀ ਨੂੰ। ਸਤਿਗੁਰੂ ਕਹਿੰਦੇ ਨੇ ਐਸੀ ਹਾਲਤ ਹੈ ਨਚ ਮਾਤ ਪਿਤਾ ਤਵ ਲੱਜਿਆ, ਅਕਰਣੰ ਕ੍ਰੋਧ ਅਖਾਦ ਖਾਦਿਆਂ। ਲੋਭੀ ਆਦਮੀ ਨਾ ਕਰਨ ਯੋਗ ਵੀ ਕੰਮ ਕਰੇਗਾ ਜ਼ਰੂਰ ਹੈ, ਤੇ ਨਾ ਖਾਣ ਯੋਗ ਪਦਾਰਥ ਵੀ ਖਾਣ ਤੋਂ ਗੁਰੇਜ਼ ਨਹੀਂ ਕਰੇਗਾ। ਅਸੀਂ ਜੀ ਫਲਾਣੀ ਅਫਸਰ ਨੂੰ ਮਿਲਣ ਗਏ ਸਾਂ, ਸ਼ਾਮ ਦਾ ਵੇਲਾ ਸੀ, ਉਹ ਜਾਂ ਦਿਨ ਬੋਤਲ ਰੱਖੀ ਬੈਠਾ ਸਾਹਮਣੇ ਟੇਬਲ ਤੇ। ਅਸੀਂ ਭਾਵੇਂ ਪੀਂਦੇ ਤਾਂ ਨਹੀਂ ਸਾਂ ਪਰ ਕੰਮ ਗਏ ਸਾਂ, ਉਹਨੇ ਸਾਨੂੰ ਵੀ ਆਖਿਆ, ਫਿਰ ਸਾਨੂੰ ਮਜਬੂਰ ਨੂੰ ਪੀਣੀ ਪੈ ਗਈ। ਇਹ ਲੋਭੀਆਂ ਦੀ ਹਾਲਤ ਹੈ, ਲੋਭੀਆਂ ਦੀ ਹਾਲਤ ਹੈ। ਨਾ ਖਾਣ ਯੋਗ ਪਦਾਰਥ ਕੋਈ ਲੋਭ ਦਾ ਗ੍ਰਸਿਆ ਹੋਇਆ ਜ਼ਰੂਰ ਖਾਵੇਗਾ। ਅਸਾਜਨ ਸਾਜ ਸਮਝਿਆ, ਤੇ ਨਾ ਸਜਾਉਣ ਵਾਲੇ ਜਿਹੜੇ ਕੱਪੜੇ ਆ ਤੇ ਨਾ ਪਾਉਣ ਵਾਲੇ ਵਸਤਰ ਉਹ ਵੀ ਪਾ ਲਵੇਗਾ। ਉਹ ਵੀ ਗੋਰਿਆਂ ਦਾ ਰਾਜ ਹੁੰਦਾ ਸੀ, ਸਾਡੇ ਬੜੇ ਬੜੇ ਜੈਲਦਾਰ, ਬੜੇ ਬੜੇ ਨੇੜੇ ਖਵਾਉਣ ਵਾਲੇ ਟੋਪ ਪਾ ਕੇ ਜਾਣਾ, ਟੋਪ ਸਿਰ ਤੇ, ਵੀ ਗੋਰਾ ਜਾਂਦੇ ਹੀ ਖੁਸ਼ ਹੋਏ ਵੀ ਆਹ ਭਾਈਚਾਰਾ ਤਾਂ ਸਾਡਾ ਹੀ ਹੈ। ਪੱਗ ਲਾ ਕੇ ਦਸਤਾਰ ਲਾ ਕੇ ਟੋਪ ਪਾ ਕੇ ਜਾਣਾ, ਗੋਰੇ ਨੂੰ ਮਿਲਣਾ। ਲੋਭੀ ਆਦਮੀ ਹਜੂਰ ਕਹਿੰਦੇ ਨਾ ਸਜਾਉਣ ਵਾਲੇ ਕੱਪੜੇ ਵੀ ਤਣ ਤੇ ਸਜਾ ਲੈਂਦਾ ਹੈ। ਐਸੀ ਲੋਭ ਦੀ ਹਾਲਤ ਹੈ। ਤੇ ਇੱਥੇ ਭਾਈ ਸੱਤਾ ਬਲਵੰਡਾ ਕਹਿੰਦਾ ਮਹਾਰਾਜ ਲੱਭ ਪੈਣਾ ਇਹ ਮਾਨਸਾ, ਜਿਹੜਾ ਲੱਭ ਹੈ ਨਾ ਖਾਣ ਪੀਣ ਜੋੜਨ ਦਾ, ਇਉਂ ਨਾਸ ਕਰ ਦਿੰਦਾ ਕਿ ਉਹ ਪਾਣੀ ਬੂਰ, ਜਿਵੇਂ ਚੰਗੇ ਪਾਣੀ ਨੂੰ ਬੂਰ ਢੱਕ ਲੈਂਦਾ ਨਾ, ਸੁਭ ਗੁਣਾਂ ਨੂੰ ਵੀ ਢੱਕ ਲੈਂਦਾ। ਜਿਹੜਾ ਇਹ ਬੂਰ ਦੀ ਨਿਆਈ ਲੱਭ ਹੈ ਨਾ ਬੰਦੇ ਨੂੰ ਪਿਆ ਹੋਇਆ, ਸੁਭ ਗੁਣਾਂ ਤੇ ਵੀ ਪਰਦਾ ਪਾ ਦਿੰਦਾ ਹੈ। ਬਰੇ ਦਰਗਾਹ ਗੁਰੂ ਕੀ, ਹੇ ਗੁਰੂ ਅੰਗਦ ਸਾਹਿਬ ਜੀ, ਤੁਹਾਡੀ ਜਿਹੜੀ ਸੰਗਤ ਹੈ ਨਾ ਇਹ ਤੇ ਵਰਦਾ ਹੈ ਜੀ ਦਰਗਾਹ ਤੋਂ ਹੀ। ਕੁਦਰਤੀ ਨੂਰ, ਜਿਹੜਾ ਕੁਦਰਤ ਵੱਲੋਂ ਨੂਰ ਪ੍ਰਕਾਸ਼ ਦਰਗਾਹ ਹੀ, ਇਹ ਤੁਹਾਡੀ ਸੰਗਤ ਤੇ ਸੱਚੇ ਪਾਤਸ਼ਾਹ ਸੁਭਾਵ ਕੀ ਵਰਦਾ ਹੈ। ਇਲਾਹੀ ਨੂਰ, ਪਰਮੇਸ਼ਰ ਵੱਲੋਂ ਆਕਾਸ਼ੀ ਨੂਰ ਦਰਗਾਹੀ ਤੁਹਾਡੀ ਸੰਗਤ ਦੇ ਉੱਪਰ ਪੈਂਦਾ। ਗੁਰੂ ਅੰਗਦ ਸਾਹਿਬ ਜਿਤ ਸੋ ਹੱਥ ਨਾ ਲੱਭਈ, ਜਿਹੜਾ ਮੇਰਾ ਮਾਲਕ ਵਾਹਿਗੁਰੂ ਪਰਮੇਸ਼ਰ ਹੈ, ਜਿਸ ਮਾਲਕ ਨਿਰੰਕਾਰ ਦਾ ਹੱਥ ਨਾ ਲੱਭਈ, ਕੋ ਹਾਥ ਅਥਾ ਸਿਰਾ,
हथ लभदा ही कोई नहीं। बड़े बड़े जपी, बड़े बड़े तपी, बड़े बड़े जोगी, बड़े बड़े जग करने वाले, बड़े बड़े प्राणायामी, बड़े बड़े अभ्यासी कहाउण वाले रब नहीं मिले है। नहीं दर्शन होए, बड़े यतन किए, जिवें फरीद साहब ने कहा सारी उम्र लंघ गई, शरीर सोके पिंजर हो गया है, तन सुक्का पिंजर तिया, तलियां खूंड है काग, अजय सो रब ना बहुड़ियो, देख बंदे के भाग, अजे रब दे दर्शन नहीं होए। कावां नूं आख्या सी कागां क्रंग टंडोलिया सगला खाया मास, ये दोए नैना मत छोहो फिर देखण की आस। अजे प्यारे दे दर्शन करने ने, ये मेरे दीदे किते कढ के ना खा जाने। जिन्हां नूं जित सो हाथ न लभाए, जिस वाहिगुरू परमेश्वर दा को हाथ सिरा नहीं ना लभदा। बड़े बड़े तपस्वियां नूं, बड़े बड़े जपियां नूं, जप करन वालियां नूं, हे सच्चे पातशाह गुरु अंगद साहब तू थरूरा, सच्चे पातशाह तुसी उस वाहिगुरू निरंकार दा स्वरूप हो, असी ठरूर ठहराउणा कीता है, जानना कीता है। जिहड़ा वाहिगुरू परमेश्वर नहीं ना लभदा, बड़े बड़े तपस्वियां, बड़े बड़े बंदगी करन वालियां नूं तू ओह ठरूर, तुसी महाराज ओह स्वरूप हो, असी ठरूर ठहराउणा कीता है। उस वाहिगुरू का स्वरूप तुसी ठरूर ठंड दे वरताउण वाले हो, सब दे हिरदे नूं शांति देण वाले हो। नौ निध नाम निधान है, नौ निधियां दा खजाना नाम दा निधान खजाना सच्चे पातशाह तुद विच भरपूर, तुहाडे विच हे सतगुरु अंगद साहब ऐन लवा लव भरपूर भर रहा है। नव दा भगती नौ निधियां खजाना नाम दा हे सच्चे पातशाह तुद विच भरपूर है, तुहाडे चैन भरपूर हो रहा, लवालव भरे होए हो। सब गुणा दे मालक हो गुरु अंगद साहब, सतगुरु नानक साहब ज्योति स्वरूप दा स्वरूप हो। निंदा तेरी जो करे, सच्चे पातशाह जिहड़े निंदक बन के तुहाडी निंदिया करदे ने, जिहड़े निंदक निंदिया करदे हन, सो वंजे चूरा, ਉਹ सच्चे पातशाह वंजे हो जाते ने, चूर चूर हो जाते, निंदकां दे पल्ले रहिंदा ही पक्का नहीं। सतगुरु खडूर साहब रह रहे सी, उत्थे कि तपा जोगी रिहा करे, तपा जोगे सारे खैरे ਉਹਦੇ ਕੋਲ ਜਾਇਆ करना, बाहरों संगत आके गुरु अंगद साहब के दर्शन करिया करे, पिंड दे लोग जिहड़े सी ना ਉਹਦੇ ਕੋਲ जाया करना है। ਉਹਨੂੰ फिर भी ਇਹ संसा बनया होया सी कि सतगुरु की महिमा वधदी जाती है, तो किते ऐसा ना हो जाए कि मेरा जुली बिस्तरा चुकना पै जाए। निंदक सी सतगुरु का, पिंड दे कुदरती ऐसा बहाना बन गया भी बारिश ना पए, काल का भै बनया होया सी, पिंड दे लोग बड़े बेवल होए। तपे दे कोल गए, तपा जी कोई अरदास बेनती को मंत्र जंत्र करो मीह पै जावे। कहंदा मीह नहीं पैना। क्यों नहीं पैना, अगे तो पैंदा ही रहा। कहंदे नहीं इस बार नहीं पैना। तुसी गृहस्थी गुरु गुरु अंगद साहब तुहाडे पिंड च बैठे होए, गृहस्थी गुरु नूं की हक है लोगों तो मत्थे टकवावे ते पूजा लवे। कोई घेरू रंग का त्यागी रागी साध होवे, छड़ा छाड़, वो तो लोगों तो मत्थे टकवावे। खैर हो तुसी तो भावें सारे मेरे कोल ही आने हो, पर बाहरों तुसी देखते हो किन्ने लोग आउंदे ने गुरु अंगद साहब दे कोल, ते गृहस्थी गुरु अपनी पूजा कराउंदा तुहाडे पिंड विच है। जदों तक गुरु अंगद साहब इत्थे निवास करते हैं ना, उदों तक मीह नहीं पै सकता है। लोगों तो मीह नाल ही सी ना। सतगुरु कोल आ गए, महाराज साडा नगर छड्ड जाओ, तुहाडे रहण नाल इत्थे मीह नहीं पैंदा है। कोई गेरू रंग का साधु होवे, कपड़े पाए होण, तां मत्थे टिकावे पूजा करावे। तुसीं साडे नगर च गृहस्थी हो के पूजा कराउने हो, साडे पिंड दा नुकसान हुंदा, मीह नहीं पैंदा है, इस करके साडा नगर छड्ड जाओ। सतगुरु कहणगे भाई मीह तो अगे भी पिया, हर साल ही पै जांदा, असीं अगे भी इत्थे ही सन, अगे तो मीह पैंदा रिहा। कहंदे महाराज असीं ये गल नहीं जाणदे, साडा नगर छड्ड जाओ। हजूर कहणगे कोई गल नहीं, ठीक है भाई। ਅੰਮ੍ਰਿਤ ਵੇਲੇ ਹਜ਼ੂਰ ਸੱਚੇ ਪਾਤਸ਼ਾਹ ਤੜਕੇ ਹੀ ਬਾਬਾ ਬੁੱਢਾ ਜੀ ਹੋਰ ਸਾਰੇ ਸਿੱਖਾਂ ਨੂੰ ਹੁਕਮ ਕੀਤਾ, ਸਾਡਾ ਪਲੰਘਾ ਉਠਾਓ। ਹਜ਼ੂਰ ਸੱਚੇ ਪਾਤਸ਼ਾਹ ਜੀ ਉੱਥੋਂ 3.5 ਕੋਹ ਪਰੇ ਪਠਾਣਾ ਦਾ ਪਿੰਡ ਸੀ, ਖਾਣੇ ਕੀ ਢਾਬ ਹੈ, ਉੱਥੇ ਖਾਲਸਾ ਜੀ ਉੱਚਾ ਕੱਥੇ ਸੀ, ਦਰਖਤਾਂ ਦੀ ਝਿੜੀ ਸੀ। ਸਤਿਗੁਰੂ ਉੱਥੇ ਜਾ ਪਲੰਘਾ ਖਵਾਇਆ, ਉੱਜੜ ਥੇ ਵਸਾਏ ਹੋਣ। ਸਤਿਗੁਰੂ ਜੀ ਉੱਥੇ ਤੇ ਜਾ ਕੀਰਤਨ ਆਰੰਭ ਕਰਵਾਇਆ।
ਉੱਥੇ ਸੰਗਤਾਂ ਪਹੁੰਚਣ ਲੱਗ ਪਈਆਂ। ਤੁਹਾਨੂੰ ਯਾਦ ਹੋਵੇਗਾ ਸਤਿਗੁਰੂ ਅੰਗਦ ਸਾਹਿਬ ਜੀ ਦੇ ਪਾਸ ਭਾਈ ਗੋਂਦਾ ਜੀ ਆਏ ਸੀ, ਜਿਨ੍ਹਾਂ ਦੇ ਨਾਂ ਤੇ ਗੋਇੰਦਵਾਲ ਬਣਿਆ ਹੋਇਆ ਹੈ। ਉਹਨੇ ਬੇਨਤੀ ਕੀਤੀ ਸੀ ਗੁਰੂ ਅੰਗਦ ਸਾਹਿਬ ਜੀ ਨੂੰ ਖਡੂਰ ਸਾਹਿਬ ਆ ਕੇ, ਸਤਿਗੁਰੂ ਜੀ ਮੈਂ ਨਗਰ ਵਸਾਉਣਾ ਤੇ ਰਾਤ ਨੂੰ ਭੂਤ ਆ ਕੇ ਢਾਹ ਜਾਂਦੇ ਨੇ, ਪ੍ਰੇਤ ਹੈ, ਮੈਂ ਦੀਵਾਰਾਂ ਖੜੀਆਂ ਕਰਦਾ ਤੇ ਉਹ ਰਾਤ ਨੂੰ ਆ ਕੇ ਦੀਵਾਰਾਂ ਢਾਹ ਦਿੰਦੇ ਨੇ, ਸਤਿਗੁਰੂ ਕਿਰਪਾ ਕਰੋ। ਧੰਨ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਜੀ ਦੀ ਡਿਊਟੀ ਲਾਈ ਕਿ ਛਟੀ ਲੈ ਜਾਓ, ਜੇ ਕੋਈ ਤੁਹਾਨੂੰ ਦੱਸੇ ਨਾ ਪ੍ਰੇਤ, ਮਾੜੀ ਛਟੀ ਹਿਲਾ ਦਿਆ, ਜੇ ਕੋਈ ਨੇੜੇ ਨਹੀਂ ਫੜਕੇਗਾ। ਛਟੀ ਦੇ ਕੇ ਹਜੂਰ ਨੇ ਕਿਹਾ ਸੀ ਰਾਤ ਉੱਥੇ ਰਿਹਾ ਕਰੋ, ਦਿਨੇ ਸਾਡੀ ਸੇਵਾ 'ਚ ਆਉਣਾ ਹੈ। ਸਤਿਗੁਰੂ ਜੀ ਦੇ ਹੁਕਮ ਮੰਨਦੇ ਹੋਏ ਗੁਰੂ ਅਮਰਦਾਸ ਜੀ ਰਾਤ ਗੋਇੰਦਵਾਲ ਜਾ ਕੇ ਰਿਹਾ ਕਰਦੇ ਤੇ ਤੜਕੇ ਨੂੰ ਫਿਰ ਸੇਵਾ 'ਚ ਹਾਜ਼ਰ ਹੋ ਜਾਇਆ ਕਰੇ। ਸਾਰਾ ਦਿਨ ਸੇਵਾ ਕਰਦੇ, ਰਾਤ ਨੂੰ ਗੁਰੂ ਕੀ ਆਗਿਆ ਦੇ ਮੁਤਾਬਕ ਗੋਇੰਦਵਾਲ ਸਾਹਿਬ ਜਾ ਰਹਿੰਦੇ ਹੈ। ਸੋ ਜਦੋਂ ਸਤਿਗੁਰੂ ਜੀ ਰੋਜ਼ਾਨਾ ਦੀ ਤਰ੍ਹਾਂ ਗੁਰੂ ਅਮਰਦਾਸ ਜੀ ਆਏ ਨਾ ਸ੍ਰੀ ਗੋਇੰਦਵਾਲ ਸਾਹਿਬ ਤੋਂ, ਤਾਂ ਵੇਖਿਆ ਪਿੰਡ ਵਿੱਚ ਨਾ ਸਿੱਖ ਨਾ ਸਤਿਗੁਰੂ ਨਾ ਪਲਗਾ। ਪੁੱਛਿਆ ਲੋਕਾਂ ਨੂੰ ਕਿ ਕਿੱਥੇ ਚਲੇ ਗਏ ਗੁਰੂ ਅੰਗਦ ਸਾਹਿਬ। ਦੱਸਿਆ ਸਿਆਣਿਆਂ ਨੇ ਕਿ ਪਿੰਡ ਦੇ ਲੋਕਾਂ ਨੇ ਨਾ ਮੀਂਹ ਨਹੀਂ ਸੀ ਪੈਂਦਾ, ਤਵੇ ਜੋਗੀ ਦੇ ਆਖੇ ਲੱਗ ਕੇ ਸਤਿਗੁਰਾਂ ਨੂੰ ਪਿੰਡ ਚੋਂ ਕਢਵਾ ਦਿੱਤਾ ਕਿ ਤਾਂ ਮੀਂਹ ਨਹੀਂ ਪੈਂਦਾ, ਤੁਸੀਂ ਗ੍ਰਸਤੀ ਗੁਰੂ ਪਿੰਡ ਵਿੱਚ ਪੂਜਾ ਕਰਾਉਨੇ ਹੋ ਤਾਂ ਬਾਰਿਸ਼ ਨਹੀਂ ਪੈਂਦੇ। ਈਰਖਾ ਵਸ ਹੋਏ ਤਪੇ ਨੇ ਸਤਿਗੁਰਾਂ ਨੂੰ ਕਢਾ ਦਿੱਤਾ ਹੈ। ਬੜਾ ਮਨ 'ਚ ਰੋਸ ਆਇਆ। ਜਿੱਥੇ ਪਰੇ ਬੈਠੀ ਸੀ ਨਾ, ਸੱਥ ਵਿੱਚ ਲੋਕ ਬੈਠੇ ਸੀ, ਸਤਿਗੁਰੂ ਅਮਰਦਾਸ ਜੀ ਉੱਥੇ ਜਾ ਪਹੁੰਚੇ। ਆਖਿਆ ਪਿੰਡ ਦੇ ਖੈਰਿਓ, ਸਤਿਗੁਰੂ ਅੰਗਦ ਸਾਹਿਬ ਜੀ ਨੂੰ ਪਿੰਡ ਚੋਂ ਕਢਵਾ ਦਿੱਤਾ ਹੈ, ਤੁਸੀਂ ਦੱਸੋ ਵੀ ਹੁਣ ਮੀਂਹ ਪਵਾ ਲਿਆ ਤਪੇ ਤੋਂ? ਕਹਿੰਦੇ ਜੀ ਕਹਿੰਦਾ ਪੈ ਜਾਵੇਗਾ, ਇੱਕ ਮੰਤਰ ਜੰਤਰ ਕਹਿੰਦੇ ਪੜਦਾ। ਕਹਿੰਦੇ ਜਾਓ ਜਾ ਕੇ ਉਹਨੂੰ ਪੁੱਛੋ, ਜਾਂ ਉਹ ਮੀਂਹ ਪਵਾਵੇ ਤੇ ਜਾਂ ਗੁਰੂ ਕਾ ਮੈਂ ਸਿੱਖ ਮੀਂਹ ਪਵਾਵਾਂਗਾ। ਲੋਕਾਂ ਤਾਂ ਬਾਰਿਸ਼ ਨਾਲ ਹੀ ਸੀ, ਚਲੇ ਗਏ ਤਪੇ ਦੇ ਕੋਲ ਇਕੱਠੇ ਹੋ ਕੇ, ਤਪਾ ਜੀ ਹੁਣ ਤਾਂ ਗੁਰੂ ਅੰਗਦ ਸਾਹਿਬ ਵੀ ਤੁਹਾਡੇ ਆਖੇ ਲਾ ਕੇ ਅਸੀਂ ਪਿੰਡ ਚੋਂ ਕੱਢ ਦਿੱਤੇ ਨੇ, ਉਹ ਚਲੇ ਗਏ ਨੇ ਸਤਿਗੁਰੂ, ਹੁਣ ਤਾਂ ਮੀਂਹ ਪਵਾ ਦਿਓ। ਕਹਿੰਦਾ ਜੰਤਰ ਮੰਤਰ ਪੜ੍ਹਦਾ ਮੀਂਹ ਮੈਂ ਕੱਛੇ ਮਾਰਿਆ ਹੋਇਆ, ਪੈ ਜਾਵੇਗਾ ਨਾ ਜੰਤਰ ਮੰਤਰ ਪੜ੍ਹਦਾ ਹੈ। ਸੋ ਵਾਪਸ ਮੋੜਾ, ਕਹਿੰਦੇ ਜੀ ਜੰਤਰ ਮੰਤਰ ਪੜ੍ਹਦਾ ਪੈ ਜਾਵੇਗਾ। ਸਤਿਗੁਰੂ ਕਹਿਣਗੇ ਅੱਜ ਦੇ ਦਿਨ ਵਿੱਚ ਜਾਂ ਤਾਂ ਉਹ ਮੀਂਹ ਪਵਾਵੇ ਜਾਂ ਅਸੀਂ ਮੀਂਹ ਪਵਾਉਣੇ ਹੈ। ਕਿਵੇਂ ਮੀਂਹ ਪਵੇਗਾ? ਹਜੂਰ ਕਹਿਣਗੇ ਇਹਨੂੰ ਕੁਟੀਆਂ ਚੋਂ ਬਾਹਰ ਕੱਢੋ, ਵੇਖਿਓ ਬੱਦਲ ਆਉਂਦਾ ਹੈ। ਉਹ ਦੋ ਕੁ ਨਾ ਹੱਟੇ ਕੱਟੇ ਜੀ, ਚਾਰ ਕੁ ਮੁੰਡੇ ਇਕੱਠੇ ਹੋਏ, ਦੋ ਕੁ ਬਾਬਾ ਜੀ ਮੱਥਾ ਟੇਕਦੇ ਹੈ, ਉਹ ਬਾਹਾਂ ਨੂੰ ਪੈ ਗਏ, ਦੋ ਕੁ ਲੱਤਾਂ ਨੂੰ ਪੈ ਗਏ, ਦੋਹਾਂ ਕੁ ਲੱਤਾਂ ਨੂੰ ਫੜ ਲਿਆ, ਦੋ ਕੁ ਨੇ ਬਾਹਾਂ ਤੋਂ ਫੜ ਲਿਆ, ਖਿੱਚ ਕੇ ਬਾਹਰ ਲੈ ਜਾਂਦਾ ਕੁਟੀਆਂ ਚੋਂ। ਉਹਦੇ ਚੇਲੇ ਹੁੰਦੇ ਉਹ ਤਾਂ ਅੱਗੇ ਭੱਜਣ ਨੂੰ ਤਿਆਰ ਹੁੰਦੇ ਨੇ, ਇਹੋ ਜਿਹੇ ਥਾਂ ਤੇ ਨਹੀਂ ਖਲੋਂਦੇ। ਉਹ ਚੇਲੇ ਬਾਲ ਕੇ ਜੇ ਭੱਜ ਨਿਕਲੇ, ਮੁੰਡਿਆਂ ਨੇ ਕੁਟੀਆਂ ਚੋਂ ਬਾਹਰ ਲੈ ਜਾਂਦਾ। ਲਹਿੰਦੇ ਵਾਲੇ ਪਾਸਿਓਂ ਬੱਦਲ ਦੀਆਂ ਘਟਾਂ ਝੜ ਪਈਆਂ। ਲੋਕਾਂ ਨੂੰ ਹੌਸਲਾ ਹੋ ਗਿਆ ਕਿ ਕੰਮ ਬਣ ਜਾਣਾ, ਗੱਲ ਠੀਕ ਹੈ। ਸਤਿਗੁਰੂ ਕਹਿੰਦੇ ਜਿਹੜੇ ਖੇਤ ਵਿੱਚ ਲੈ ਕੇ ਜਾਓਗੇ ਨਾ ਤਪੇ ਨੂੰ, ਉੱਥੇ ਮੀਂਹ ਪਵੇਗਾ। ਔੜ ਦੇ ਮਾਰੇ ਹੋਏ ਕੋਈ ਤੈਨੂੰ ਬਾਂਹ ਖਿੱਚਦਾ, ਕੋਈ ਤੈਨੂੰ ਬਾਂਹ ਖਿੱਚਦੇ ਇਹ ਝਈਆਂ ਲੈ ਲੈ ਕੇ ਪੈਂਦਾ, ਪਰ ਕੌਣ ਸੁਣੇ ਦੀ। ਉਹ ਖਿੱਚਿਆ ਧੁੰਦੇ ਹੀ ਖਾਲਸਾ ਜੀ ਬੇਹੋਸ਼ ਹੋ ਗਿਆ, ਮਰ ਗਿਆ। ਉਧਰੋਂ ਸ਼ਾਮ ਪੈਣ ਵਾਲੀ ਸੀ, ਸੂਰਜ ਅਸਤ ਹੋਣ ਵਾਲਾ ਸੀ। ਸਤਿਗੁਰੂ ਕਹਿੰਦੇ ਇਹਦੀ ਹੱਡ ਪਸਰੀ ਵੀ ਜਿਹੜੇ ਖੇਤ ਵਿੱਚ ਚਲੀ ਜਾਵੇਗੀ ਨਾ, ਉੱਥੇ ਵੀ ਮੀਂਹ ਪੈ ਜਾਵੇਗਾ। ਉਹ ਕੋਈ ਲੱਤ ਵੱਢ ਕੇ ਲੈ ਗਿਆ, ਕੋਈ ਬਾਂਹ ਵੱਢ ਕੇ ਲੈ ਗਿਆ, ਚੂਰ ਚੂਰ ਕਰ ਦਿੱਤਾ। ਜਿਹੜੇ ਖੇਤ ਵਿੱਚ ਜਾਵੇ ਉੱਥੇ ਝੁਕ ਝੁਕ ਮੀਂਹ ਪਿਆ ਤੇ ਸਾਰਾ ਇਲਾਕਾ ਹੀ ਸਰ ਸਬਜ਼ ਹੋ ਗਿਆ। ਉਹ ਸਾਰੇ ਖਹਿਰੇ ਪਿੰਡ ਦੇ ਖਡੂਰ ਦੇ ਸਤਿਗੁਰੂ ਅਮਰਦਾਸ ਦੇ ਅੱਗੇ ਹੱਥ ਜੋੜ ਖਲੋਤੇ ਵੀ ਸਾਥੋਂ ਬੜੀ ਵੱਡੀ ਭੁੱਲ ਹੋਈ, ਅਸੀਂ ਤਾਂ ਐਵੇਂ ਹੀ ਸਤਿਗੁਰਾਂ ਨੂੰ ਕੱਢ ਦਿੱਤਾ, ਤਾਂ ਗੁਰੂ ਕੇ ਸਿੱਖ ਵੀ ਮੀਂਹ ਪਵਾ ਸਕਦੇ ਸੀ। ਐਵੇਂ ਤਪੇ ਦੇ ਮਗਰ ਲਾ ਕੇ ਈਰਖਾ ਵਸ ਹੋਏ, ਸਤਿਗੁਰਾਂ ਨੂੰ ਅਸੀਂ ਮਜਬੂਰ ਕੀਤਾ ਜਾਣ ਲਈ, ਤੁਸੀਂ ਸਾਡੇ ਨਾਲ ਚੱਲੋ ਤੇ ਸਤਿਗੁਰਾਂ ਨੂੰ ਬੇਨਤੀ ਕਰਕੇ ਵਾਪਸ ਲੈ ਕੇ ਆਈਏ। ਉਸ ਸਮੇਂ ਸਤਿਗੁਰੂ ਗਰੀਬ ਨਿਵਾਜ ਜੀ, ਗੁਰੂ ਅਮਰਦਾਸ ਜੀ ਸਤਿਗੁਰਾਂ ਦੇ ਕੋਲ ਪਿੰਡ ਦੇ ਖਹਿਰੇ ਪਤਵੰਤੇ ਸੱਜਣਾਂ ਨੂੰ ਲੈ ਕੇ ਖਾਣੇ ਕੀ ਢਾਬ 3.5 ਕੋਹ ਪਰੇ ਹੈ ਖਡੂਰ ਸਾਹਿਬ ਤੋਂ, ਉੱਥੇ ਲੈ ਕੇ ਜਦੋਂ ਪਹੁੰਚੇ, ਸਤਿਗੁਰੂ ਪਲੰਘੇ ਦੇ ਉੱਪਰ ਬੈਠੇ ਹੋਏ ਜਦੋਂ ਗੁਰੂ ਅਮਰਦਾਸ ਜੀ ਅੱਗੇ ਵੱਧ ਕੇ ਮੱਥਾ ਟੇਕਣ ਲੱਗੇ, ਸਤਿਗੁਰੂ ਚਿਹਰਾ ਦੂਜੇ ਬੰਨੇ ਕਰ ਲਿਆ। ਉਧਰੋਂ ਹੋ ਕੇ ਨਮਸਕਾਰ ਕਰਨ ਲੱਗੇ, ਚਿਹਰਾ ਹਜੂਰ ਨੇ ਦੂਜੇ ਬੰਨੇ ਕਰ ਲਿਆ। ਜਿੱਧਰ ਨੂੰ ਅੱਗੇ ਹੋ ਕੇ ਨਮਸਕਾਰ ਕਰਦੇ, ਸਤਿਗੁਰੂ ਮੂੰਹ ਦੂਜੇ ਬੰਨੇ ਕਰ ਲੈਂਦੇ ਨੇ। ਬਾਬਾ ਬੁੱਢਾ ਸਾਹਿਬ ਜੀ ਕੋਲ ਖਲੋਤੇ ਸੀ ਪਲੰਘੇ ਦੇ, ਆਖਿਆ ਸਤਿਗੁਰੂ ਸ੍ਰੀ ਅਮਰਦਾਸ ਜੀ ਨੇ ਜੋ ਕੀਤਾ ਨਾ, ਇਹ ਕਰਨਾ ਚਾਹੀਦਾ ਸੀ। ਗੁੱਸਾ ਤਾਂ ਕੱਲ ਮੈਨੂੰ ਵੀ ਬੜਾ ਆਇਆ ਸੀ। ਸਾਧਾਰਨ ਵਿਅਕਤੀ ਦੀ ਕੀਤੀ ਹੋਈ ਗਲਤੀ ਤੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ, ਤੁਸੀਂ ਮਹਾਰਾਜ ਝਾਟੀ ਨਗਰ ਛੱਡਣ ਲਈ ਸਾਨੂੰ ਹੁਕਮ ਕੀਤਾ, ਅਸੀਂ ਤੁਹਾਡਾ ਬਚਨ ਮੰਨਿਆ ਤੇ ਪਲੰਘਾ ਇੱਥੇ ਲੈ ਆਂਦਾ ਹੈ।
ਇਹ ਤਵੇ ਦੀ ਹਾਲਤ ਜਿਹੜੀ ਹੋਣੀ ਚਾਹੀਦੀ ਸੀ ਨਾ ਉਹ ਠੀਕ ਹੀ ਹੋਈ ਹੈ। ਮੇਰੀ ਬੇਨਤੀ ਪ੍ਰਵਾਨ ਕਰੋ ਵੀ ਅਮਰਦਾਸ ਜੀ ਨੂੰ ਸਨਮੁਖ ਕਰ ਲਾ। ਉਸ ਵੇਲੇ ਹਜ਼ੂਰ ਨੇ ਚਿਹਰਾ ਕਰਕੇ ਫਿਰ ਮਿਲੇ। ਸੰਗਤ ਨੇ ਸਾਰੀ ਖਡੂਰ ਦੇ ਲੋਕ ਆ ਕੇ ਦਰਸ਼ਨ ਕੀਤੇ। ਸਤਿਗੁਰਾਂ ਨੇ ਸਾਰੀ ਵਾਰਤਾ ਸੁਣੀ ਤੇ ਉਸ ਵੇਲੇ ਬਚਨ ਫਰਮਾਏ ਸੀ ਸ਼ਲੋਕ ਗੁਰੂ ਅੰਗਦ ਸਾਹਿਬ ਜੀ ਨੇ। ਮੰਤਰੀ ਹੋਏ ਅਠੂਹਿਆ ਨਾਗੀ ਲੱਗੈ ਜਾਏ, ਆਪਣ ਹੱਥੀ ਆਪਣਾ ਦੇ ਕੂਚਾ ਆਪੇ ਲਾਏ, ਗੁਰਮੁਖ ਸਿਓ ਮਨਮੁਖ ਖੜਾ ਡੁੱਬੇ ਹੱਕ ਨੇ ਆਏ। ਇਹ ਸ਼ਬਦ ਗੁਰੂ ਅੰਗਦ ਸਾਹਿਬ ਜੀ ਨੇ ਉਸ ਸਮੇਂ ਫਰਮਾਇਆ ਸੀ ਜਦੋਂ ਸ਼੍ਰੀ ਅਮਰਦਾਸ ਜੀ ਸੰਗਤ ਲੈ ਕੇ ਗਏ ਸਨ। ਫਿਰ ਸੰਗਤ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਖਡੂਰ ਸਾਹਿਬ ਆ ਕੇ ਨਗਰ ਵਿੱਚ ਵਸੇ ਸਨ। ਸੋ ਨਿੰਦਾ ਤੇਰੀ ਜੋ ਕਰੇ ਸੋ ਵੰਜੈ ਚੂਰ। ਹੇ ਗੁਰੂ ਅੰਗਦ ਸਾਹਿਬ, ਜਿਹੜਾ ਨਿੰਦਕ ਤੁਹਾਡੀ ਨਿੰਦਿਆ ਕਰਦਾ ਹੈ ਨਾ, ਚੂਰ ਚੂਰ ਹੋ ਜਾਂਦਾ, ਰਹਿੰਦਾ ਹੀ ਕੱਖ ਨਹੀਂ, ਹੱਡ ਪਸਲੀ ਲੱਭਦੀ ਕੋਈ ਨਹੀਂ। ਹੇ ਗੁਰੂ ਅੰਗਦ ਸਾਹਿਬ, ਐਸੇ ਦੀਨ ਦੁਨੀ ਦੇ ਮਾਲਕ ਹੋ। ਨੇੜੇ ਦਿਸੈ ਮਾਤ ਲੋਕ। ਸੱਚੇ ਪਾਤਸ਼ਾਹ ਸਾਡੀਆਂ ਚਮੜੇ ਦੀਆਂ ਅੱਖਾਂ ਨੇ ਨਾ, ਸਾਨੂੰ ਨੇੜੇ ਦਿਸੈ ਮਾਤ ਲੋਕ। ਆਹ ਮਾਤ ਲੋਕ ਦੇ ਪਦਾਰਥ ਨੇ ਨਾ, ਇਹ ਸਾਨੂੰ ਸਮਝਦੇ ਵੀ ਇਹ ਹੀ ਸਦਾ ਕਾਇਮ ਰਹਿਣ ਵਾਲੇ ਨੇ। ਆਹ ਹੀ ਵਸਤੂਆਂ ਮਾਇਆ ਧਨ ਪਦਾਰਥ ਘਰ-ਬਾਰ, ਇਹਦੇ 'ਚ ਮੋਹ ਜਿਹਾ ਪਾਇਆ ਹੋਇਆ। ਇਹ ਸਾਨੂੰ ਦਿਸਦੇ ਆ ਵੀ ਇਹ ਹੀ ਸਾਡੇ ਨੇੜੇ ਨੇ, ਇਹ ਹੀ ਸਾਡੇ ਨਾਲ ਨਿਭਣ ਵਾਲੇ ਹਨ। ਸੁਜੈ ਦੂਰ। ਤੁਸੀਂ ਮਹਾਰਾਜ ਦਿਵ ਦ੍ਰਿਸ਼ਟੀ ਦੇ ਮਾਲਕ ਹੋ। ਤਿੰਨਾਂ ਲੋਕਾਂ 'ਚ ਸਭ ਤੁਹਾਨੂੰ ਸੁੱਝ ਆਉਂਦਾ ਕੀ ਹੋਣਾ। ਜਿਵੇਂ ਔਲਾ ਹੱਥ ਦੀ ਹਥੇਲੀ 'ਤੇ ਰੱਖ ਲਈਦਾ, ਇਉਂ ਮਹਾਰਾਜ ਸਭ ਦੁਨੀਆ ਨੂੰ ਤੁਸੀਂ ਵੇਖਦੇ ਹੋ। ਦੂਰ ਤੱਕ ਸੱਚੇ ਪਾਤਸ਼ਾਹ ਤੁਹਾਨੂੰ ਸੁੱਝਦਾ ਹੈ ਕੀ ਹੋਣ ਵਾਲਾ ਸੰਸਾਰ 'ਚ, ਕੀ ਕੌਤਕ ਵਰਤਾਉਣਾ ਹੈ। ਅਸੀਂ ਤਾਂ ਚਮੜੇ ਦੀਆਂ ਅੱਖਾਂ ਵਾਲੇ ਤੇ ਨੇੜੇ ਹੀ ਤੱਕਣ ਵਾਲੇ ਲੋਕ ਪਦਾਰਥਾਂ ਵਿੱਚ ਹੀ ਖਚਿਤ ਹੋ ਰਹੇ ਹੈ। ਤੁਧ ਸੁਝੈ ਦੂਰ। ਤੁਹਾਨੂੰ ਮਹਾਰਾਜ ਦੂਰ ਦਿਵ ਦ੍ਰਿਸ਼ਟੀ ਦੇ ਮਾਲਕ ਹੋ, ਸਭ ਕੁਝ ਸੁਝਦਾ ਹੈ, ਕੋਈ ਤੁਹਾਥੋਂ ਲੁਕਿਆ ਛਿਪਿਆ ਹੋਇਆ ਨਹੀਂ ਹੈ। ਫੇਰ ਵਿਸਾਇਆ ਫੇਰ ਆਣ। ਭਾਈ ਸੱਤਾ ਭਾਈ ਬਲਵੰਡ ਜੀ ਬੇਨਤੀ ਕਰਦੇ ਨੇ, ਫੇਰ ਵਸਾਇਆ ਫੇਰ ਆਣ। ਫੇਰ ਵਸਾਉਣਾ ਕੀਤਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ। ਫੇਰ ਆਣ ਬਾਬਾ ਫੇਰੂਮੱਲ ਜੀ ਦੇ ਆਣ ਪੁੱਤਰ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਤੁਸੀਂ ਆ ਕੇ ਵਸਾਉਣਾ ਕੀਤਾ। ਸਤਿਗੁਰ ਖਡੂਰ। ਇਹ ਖਡੂਰ ਸਾਹਿਬ ਦੀ ਧਰਤੀ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਵਸਾਉਣਾ ਕੀਤੇ, ਜਿੱਥੇ ਗਰੀਬ ਨਵਾਜ ਬੇਅੰਤ ਸਤਿਗੁਰਾਂ ਦੇ ਚਰਨ ਪਏ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਬਹੁਤੇ ਪਰਉਪਕਾਰ ਕੀਤੇ। ਚੋਜੀ ਪ੍ਰੀਤਮ ਨੇ ਐਸਾ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਸਭ ਜੀਵਾਂ ਨੂੰ ਤਾਰਿਆ। ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਇਸੇ ਧਰਤੀ ਤੇ ਗੁਰਦੁਆਰਾ ਮੱਲ ਅਖਾੜਾ ਸਾਹਿਬ ਬਣਿਆ ਹੋਇਆ, ਜਿੱਥੇ ਬੱਚਿਆਂ ਦੀ ਕੁਸ਼ਤੀ ਹੁੰਦੀ ਵੇਖ ਰਹੇ ਸੀ। ਹਾਰਿਆ ਹੋਇਆ ਦਿੱਲੀ ਦਾ ਬਾਦਸ਼ਾਹ ਕਾਬਲ ਦਾ। ਸੋ ਖਾਲਸਾ ਜੀ ਹਿਮਾਯੂ ਬਾਬਰ ਦਾ ਪੁੱਤਰ ਹੈ। 1587 ਬਿਕਰਮੀ ਪੋਹ ਦਾ ਮਹੀਨਾ ਸੀ। ਬਾਬਰ ਜਦੋਂ ਦਿੱਲੀ ਦੇ ਤਖਤ ਦਾ ਮਾਲਕ ਬਣ ਕੇ ਬੈਠ ਗਿਆ ਸੀ। ਸੋ ਇਹਨੂੰ ਇੱਕ ਨਾਮ ਮੁਰਾਦ ਬਿਮਾਰੀ ਸੀ। 1578 ਵਿੱਚ ਇਹ ਦਿੱਲੀ ਦੇ ਤਖਤ ਤੇ ਪੋਹ ਦੇ ਮਹੀਨੇ ਜਾ ਬੈਠਾ ਸੀ। 1587 ਵਿੱਚ ਇਹਦਾ ਦੇਹਾਂਤ ਹੋ ਗਿਆ ਸੀ। ਇਹਨੂੰ ਇੱਕ ਹਿਮਾਯੂ ਨੂੰ ਨਾਮ ਮੁਰਾਦ ਇੱਕ ਬਿਮਾਰੀ ਚੰਬੜੀ ਹੋਈ ਸੀ। ਦਿਨ ਬ ਦਿਨ ਇਹ ਰਹਿੰਦਾ ਜਾਂਦਾ ਸੀ ਸਰੀਰ। ਡਾਕਟਰਾਂ ਨੇ ਜਵਾਬ ਦਿੱਤਾ ਵੈਦਾਂ ਨੇ। ਇਹਨੇ ਅਰਦਾਸ ਕੀਤੀ, ਹੇ ਖੁਦਾ, ਜਿਹੜਾ ਰੋਗ ਮੇਰੇ ਪੁੱਤਰ ਨੂੰ ਲੱਗਾ ਉਹ ਮੈਨੂੰ ਲੱਗ ਜਾਵੇ ਤੇ ਮੇਰਾ ਪੁੱਤਰ ਹਿਮਾਯੂ ਰਾਜੀ ਹੋ ਜਾਵੇ। ਕੁਦਰਤ ਰੱਬ ਦੀ ਬਾਬਰ ਦਿਨ ਬ ਦਿਨ ਢਿੱਲਾ ਹੁੰਦਾ ਗਿਆ, ਕਮਜ਼ੋਰ ਹੁੰਦਾ ਗਿਆ, ਰੋਗੀ ਹੁੰਦਾ ਗਿਆ। ਹਿਮਾਯੂ ਇਸ ਤਰ੍ਹਾਂ ਤੰਦਰੁਸਤ ਹੁੰਦਾ ਗਿਆ। ਉਹਦਾ ਮਹੀਨਾ ਸੀ 1587 ਬਿਕਰਮੀ ਨੂੰ ਇਹਦਾ ਦੇਹਾਂਤ ਹੋ ਗਿਆ। ਹਿਮਾਯੂ ਤਖਤ ਦਾ ਮਾਲਕ ਬਣਿਆ। ਸ਼ੇਰ ਸ਼ਾਹ ਸੂਰੀ ਜੌਨਪੁਰ ਵਾਲੇ ਪਠਾਨਾਂ ਨੂੰ ਵੰਗਾਰ ਪਾ ਕੇ ਫਿਰ ਖਾਲਸਾ ਜੀ ਦੇ ਨਾਲ ਹਮਲਾ ਕੀਤਾ ਸੀ ਹਿਮਾਯੂ ਤੇ। ਇਹਨੂੰ ਦਿੱਲੀ ਤੋਂ ਕੱਢਿਆ ਸੀ। ਇਹ ਵਾਪਸ ਜਾ ਰਿਹਾ ਸੀ। ਇਹੀ ਗੋਇੰਦਵਾਲ ਦਾ ਪੱਤਰ ਸੀ ਕਾਬਲ ਨੂੰ ਜਾਂਦਿਆਂ ਹੋਇਆਂ ਰਸਤੇ ਵਿੱਚ ਸਤਿਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀਵਾਂ ਦੀ ਕਲਿਆਣ ਕਰ ਰਹੇ ਸਨ। ਸਤਿਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾ ਚੁੱਕੇ ਸੀ। ਖਿਆਲ ਕੀਤਾ ਫਕੀਰਾਂ ਦੀ ਗਤੀ ਮੱਥਾ ਟੇਕ ਜਾਵਾਂ। ਜਦੋਂ ਹਜ਼ੂਰ ਦੇ ਨੇੜੇ ਆਇਆ, ਮੌਜ ਦੇ ਮਾਲਕ ਸਤਿਗੁਰਾਂ ਨੇ ਇਹਦੇ ਵੱਲ ਚਿਹਰੇ ਨਾ ਕੀਤਾ। ਸੋ ਇਹ ਘੋੜੇ ਤੋਂ ਥੱਲੇ ਉਤਰਿਆ। ਹਜ਼ੂਰ ਮੌਜ ਦੇ ਮਾਲਕ ਬੱਚਿਆਂ ਦੀ ਕੁਸ਼ਤੀ ਵੇਖ ਰਹੇ ਸੀ। ਇਹਨੇ ਗੁੱਸੇ ਵਿੱਚ ਆ ਕੇ, ਕੀ ਹੋਇਆ, ਮੈਂ ਹਾਰ ਕੇ ਜਾ ਰਿਹਾ। ਅਕਸਰ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਸਾਂ। ਇਹਨਾਂ ਫਕੀਰਾਂ ਨੇ ਮੇਰੀ ਪਰਵਾਹ ਨਹੀਂ ਕੀਤੀ। ਤਲਵਾਰ ਦੇ ਮੁੱਠੇ ਤੇ ਹੱਥ ਰੱਖ ਲਿਆ। ਸਤਿਗੁਰੂ ਚਿਹਰਾ ਕਰਕੇ ਕਹਿਣਗੇ, ਹਿਮਾਯੂ, ਜਿੱਥੇ ਸ਼ੇਰ ਸ਼ਾਹ ਸੂਰੀ ਜੌਨਪੁਰ ਵਾਲੇ ਪਠਾਨ ਨਾਲ ਮੁਕਾਬਲਾ ਕਰਨਾ ਸੀ, ਉੱਥੇ ਤਲਵਾਰ ਖੁੰਡੀ ਹੋ ਗਈ, ਜਗਾਲ ਲੱਗ ਗਿਆ।
ਤੇ ਮਿਆਨ ਚੋਂ ਨਾ ਨਿਕਲ ਸਕੀ। ਜਿੱਥੇ ਗੁਰੂ ਨਾਨਕ ਦੇ ਘਰ ਵਿੱਚ ਆ ਕੇ ਪ੍ਰਣਾਮ ਕਰਨੀ ਸੀ, ਮੱਥਾ ਟੇਕਣਾ, ਉੱਥੇ ਤਲਵਾਰਾਂ ਦੇ ਮੁੱਠੇ ਤੇ ਹੱਥ ਰੱਖਦਾ। ਜੇ ਕਹੇ ਤਾਂ ਇੱਥੇ ਹੀ ਤੇਰੀ ਜਾਨ ਕੱਢ ਦਈਏ। ਚਰਨੀ ਪਿਆ, ਸਤਿਗੁਰੂ ਮੈਨੂੰ ਮੁਆਫ ਕਰ ਦਿਓ। ਤਲਵਾਰ ਦੇ ਮੁੱਠੇ ਤੋਂ ਹੱਥ ਚੁੱਕਿਆ, ਸਤਿਗੁਰੂ ਦੇ ਚਰਨ ਫੜੇ, ਸਤਿਗੁਰੂ ਮੇਰਾ ਰਾਜ ਵਾਪਸ ਮਿਲ ਜਾਵੇ। ਸਤਿਗੁਰੂ ਕਹਿਣਗੇ ਜੇ ਕਿਤੇ ਤਲਵਾਰ ਦੇ ਮੁੱਠੇ ਤੇ ਹੱਥ ਨਾ ਰੱਖ ਦੋ, ਅੱਜ ਹੀ ਭਾਵੇਂ ਰਾਜ ਲੈ ਲੈਣਾ, ਪਰ ਹੁਣ ਕੋਈ ਸਮਾਂ ਲੱਗੇਗਾ। ਸਤਿਗੁਰੂ ਦੇ ਕਹੇ ਹੋਏ ਬਚਨਾਂ ਨੂੰ 1613 ਵਿੱਚ ਫਿਰ ਦੁਬਾਰਾ ਹਿਮਾਯੂ ਦਿੱਲੀ ਦੇ ਤਖਤ ਦਾ ਬਾਦਸ਼ਾਹ ਬਣਿਆ। ਚੁਗੱਤਿਆਂ ਦਾ 10 ਪੀੜ੍ਹੀਆਂ ਤੱਕ ਰਾਜ ਰਿਹਾ। ਐਸੇ ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਚੋਜੀ ਪ੍ਰੀਤਮ ਨੇ ਬੇਅੰਤ ਖਾਲਸਾ ਜੀ ਕੌਤਕ ਕਰਕੇ ਸੰਸਾਰ ਨੂੰ ਤਾਰਿਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ 35 ਅੱਖਰ ਗੁਰਮੁਖੀ ਦੇ ਜਿਹੜੇ ਅੱਖਰ ਨੇ ਉਹ ਸਤਿਗੁਰੂ ਜੀ ਨੇ ਪ੍ਰਚਲਿਤ ਕੀਤੇ। ਬੱਚਿਆਂ ਨੂੰ ਵਿੱਦਿਆ ਦਾ ਦਾਨ, ਸਰੀਰਕ ਤੰਦਰੁਸਤੀ ਵਾਸਤੇ ਕੁਸ਼ਤੀ, ਧੁਰਕੀ ਬਾਣੀ ਫਰਮਾ ਕਰਕੇ ਸਭ ਜੀਵਾਂ ਤੇ ਪਰੇ ਉਪਕਾਰ ਕੀਤੇ। ਐਸੇ ਸਤਿਗੁਰੂ ਅੰਗਦ ਸਾਹਿਬ ਚੋਜੀ ਪ੍ਰੀਤਮ ਨੇ ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਸੋ ਸਤਿਗੁਰੂ ਕਿਰਪਾ ਕਰਨ, ਚੜ੍ਹਦੀ ਕਲਾ ਦਾ ਸਾਡਾ ਜੀਵਨ ਹੋਵੇ। ਸੋ ਇਹ ਧੁਰਕੀ ਬਾਣੀ ਦਾ ਅੰਮ੍ਰਿਤ ਰੂਪ ਉਪਦੇਸ਼ ਸਾਡੇ ਹਿਰਦੇ 'ਚ ਵਸ ਜਾਵੇ। ਬੜਾ ਭਾਰੀ ਕੌਮ ਦਾ ਦਰਦ ਭਰਿਆ ਇਤਿਹਾਸ ਹੈ ਔਰ ਆਪਾਂ ਰੋਜ਼ ਗੁਰਮੁਖ ਪਿਆਰਿਆਂ ਤੋਂ ਸੁਣਦੇ ਹਾਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਹੁਤ ਖਾਲਸਾ ਜੀ ਕੌਮ ਦਾ 40 ਵਰ੍ਹੇ ਉਹਨੇ ਰਾਜ ਕੀਤਾ। ਉਸ ਰਾਜੇ ਨੇ ਸਿੱਖ ਰਾਜ ਸਥਾਪਿਤ ਕੀਤਾ ਹੈ। ਗਰੀਬਾਂ ਦੇ ਘਰ ਵਿੱਚ ਅਨਾਜ ਦੀਆਂ ਪੰਡਾਂ ਸਿਰ ਤੇ ਚੁੱਕ ਚੁੱਕ ਕੇ ਸਿੱਟੀਆਂ। ਕਾਲ ਪੈ ਗਿਆ ਸੀ, ਹੁਕਮ ਕਰਤਾ ਸੀ, ਜਿਹਨੇ ਅਨਾਜ ਸਟੋਰ ਖੋਲ ਦਿੱਤੇ ਸੀ, ਜਿੰਨੀ ਕੋ ਪੰਡ ਪਾ ਕੇ ਲਿਜਾ ਸਕਦਾ ਲੈ ਜਾਓ। ਸੋ ਇੱਕ ਬਜ਼ੁਰਗ ਮੋਚੀ ਪੋਤਰੇ ਦੀ ਬਾਂਹ ਫੜ ਕੇ ਜੋ ਲੈ ਕੇ ਆਇਆ, ਉਸ ਨੇ ਵੱਡੀ ਪੰਡ ਪਾ ਲਈ ਤੇ ਚੁੱਕੀ ਨਾ ਜਾਵੇ। ਸ਼ੇਰੇ ਪੰਜਾਬ ਨੇ ਆਪ ਥੱਲੇ ਸਿਰ ਕਰਤਾ, ਲਿਆ ਬਾਬਾ ਮੈਂ ਛੱਡ ਕੇ ਆਉਣਾ ਹੈ। ਜਦੋਂ ਛੱਡ ਕੇ ਘਰ ਮੁੜਨ ਲੱਗੇ ਨਾ, ਪੁੱਛਿਆ ਸੀ ਕੀ ਨਾਮ ਹੈ ਤੇਰਾ? ਵਿਧਾਤਾ ਸਿੰਘ ਤੀਰ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਆਖਿਆ ਸੀ ਬਾਬਾ ਮੈਂ ਰਾਜਾ ਹਾਂ, ਨਾਂ ਹੈ ਰਣਜੀਤ ਮੇਰਾ, ਨੇਕੀ ਹੈ ਕਾਰ ਮੇਰੀ, ਸਾਂਝਾ ਹੈ ਧਰਮ ਮੇਰਾ, ਪਰਜਾ ਲਈ ਜਾਣਦਿਆਂ ਪੇਸ਼ਾ ਹੈ ਪ੍ਰੀਤ ਮੇਰਾ, ਕਾਬਲ ਦੀਆਂ ਕੰਧਾਂ ਤੱਕ ਮੈਂ ਪਾਉਂਦਾ ਘੂਕਰ ਹਾਂ। ਮੇਰੇ ਪਿਆਰੇ ਬਾਬਾ ਜੀ ਮੈਂ ਪਰਜਾ ਦਾ ਘੂਕਰ ਹਾਂ। ਐਸਾ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਹੈ। ਖੁਸਿਆ ਰਾਜ ਉਹਦੀ ਪਿਆਰੀ ਮਹਿਬੂਬਾ ਮਹਾਰਾਣੀ ਜਿੰਦ ਕੌਰ ਹੈ। ਰੋਜ਼ ਦੇ ਰੋਜ਼ ਆਪਾਂ ਇਤਿਹਾਸ ਸੁਣਦੇ ਹਾਂ। ਸੋ ਇਸੇ ਤਰ੍ਹਾਂ ਗਿਆਨੀ ਸੋਹਣ ਸਿੰਘ ਸੀਤਲ ਨੇ ਲਿਖਿਆ, ਜਦੋਂ ਨੱਸ ਕੇ ਕਿਲੇ ਚੁਨਾਰ ਚੋਂ ਪਹੁੰਚੀ ਜਿੰਦਾਂ ਜਾ ਨਪਾਲ, ਤਣ ਲਟਕਣ ਲੀਰਾਂ ਲੇਸ਼ਮੀ ਅਤੇ ਗਲ ਵਿੱਚ ਖਿਲਰੇ ਵਾਰ, ਜਿਹਦੀ ਭਵਕ ਡੁਲਾਵੇ ਅੰਬਰਾਂ ਤੇ ਪ੍ਰਿਥਵੀ ਤੇ ਆਉਣ ਭੁਚਾਲ। ਮੈਂ ਰਾਜੇ ਉਸ ਰਣਜੀਤ, ਮੈਂ ਰਾਣੀ ਉਸ ਰਣਜੀਤ ਦੀ ਜਿਹਦੀ ਇੰਦਰ ਨਾ ਝਲਦਾ ਝਾਲ ਹੈ। ਮੈਂ ਮਾਂ ਮਹਾਰਾਜੇ ਦਲੀਪ ਦੀ ਜਿਹਨੂੰ ਮਿੱਤਰਾਂ ਫਾਇਆ ਜਾਲ। ਖੀਰ ਤੇ ਕਹਿੰਦੇ ਨੇ। ਸੋ ਇਸ ਤਰੀਕੇ ਨਾਲ ਬੜਾ ਸੋਹਣਾ ਨਾ ਸਿੱਖ ਰਾਜ ਕਿਵੇਂ ਗਿਆ ਸਾਰਾ ਇਤਿਹਾਸ ਲਿਖਿਆ। ਸੋ ਮੈਨੂੰ ਕਹਿਣਗੇ ਸ਼ਾਹੀ ਫਕੀਰ ਨਹੀਂ ਜਦੋਂ ਸ਼ਾਇਰ ਲਿਖਣਗੇ ਹਾਲ। ਬੜਾ ਸੋਹਣਾ ਪ੍ਰਸੰਗ ਗੁਰਮੁਖ ਪਿਆਰੇ ਗਿਆਨੀ ਸੁਲੱਖਣ ਸਿੰਘ ਜੀ ਸੁਣਾਉਂਦੇ ਨੇ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨ, ਗੁਰੂ ਕੇ ਇਤਿਹਾਸ ਨਾਲ, ਕਥਾ ਨਾਲ, ਕੀਰਤਨ ਨਾਲ ਜੁੜਦੇ ਹੋ। ਸਤਿਗੁਰੂ ਰਹਿਮਤ ਬਖਸ਼ਿਸ਼ ਕਰਨਾ, ਗਾਇਆ ਸੁਣਿਆ ਸਾਡੇ ਹਿਰਦੇ 'ਚ ਵਸ ਜਾਵੇ। ਜਿਸ ਕਰਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪਵੇ ਆਪੇ ਮੇਲੇ ਦੀ ਦਾਤ ਮਿਲੇ। ਭੁੱਲ ਚੁੱਕ ਦੀ ਖਿਮਾ, ਗੁਰੂ ਕੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਜੇ ਹੋਏ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਵਾਰ ਦੀ ਕਥਾ ਸੁਣ ਕਰਵਾ ਰਹੇ ਸੰਸਕਾਰਜਨ ਸਿੰਘ ਸਾਹਿਬ ਗਿਆਨੀ ਰਾਮ ਸਿੰਘ ਜੀ ਦਾ